ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜੀ ਡਾਕਟਰ ਕਿਰਪਾਲ ਸਿੰਘ ਤੇ ਮੇਰੇ ਨਾਲ ਹੈਗੇ ਨੇ ਕੋ-ਹੋਸਟ ਗਿਆਨੀ ਧਰਮ ਸਿੰਘ ਜੀ। ਤੇ ਸਭ ਤੋਂ ਪਹਿਲਾਂ ਵੌਇਸ ਆਫ ਮਾਨਸਾ ਟੀਵੀ ਨਿਊਜ਼ ਤੇ ਸਰਦਾਰ ਮੇਹਰ ਸਿੰਘ ਦਾ ਬਹੁਤ-ਬਹੁਤ ਧੰਨਵਾਦ ਸਾਨੂੰ ਐਕੋਮੋਡੇਟ ਕਰਨ ਦੇ ਲਈ, ਤੇ ਨਾਲੇ ਉਹਨਾਂ ਨੂੰ ਵਧਾਈ ਹੋਵੇ। ਇਹ ਤਕਰੀਬਨ ਸਾਲ ਭਰ ਹੋ ਗਿਆ ਇਹ ਪ੍ਰੋਗਰਾਮ ਚੱਲਦੇ ਨੂੰ ਸਕਸੈਸਫੁਲੀ, ਤੇ ਨਾਲੇ ਸਰੋਤਿਆਂ ਨੂੰ ਬਹੁਤ-ਬਹੁਤ ਮੁਬਾਰਕ ਇਸ ਦੀ, ਤੇ ਨਾਲੇ ਜੀ ਆਇਆਂ ਨੂੰ, ਤੇ ਤੁਹਾਨੂੰ ਸਭ ਨੂੰ ਸਾਡੇ ਦੋਵਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਸਤਨਾਮ, ਗੁਰਫਤਿਹ, ਸਲਾਮ, ਰਾਮ ਰਾਮ, ਜੋ ਵੀ ਤੁਹਾਡਾ ਪਿਛੋਕੜ ਹੋਣਾ ਮਨਜ਼ੂਰ ਕਰਨਾ। ਤੇ ਨਾਲੇ ਤੁਹਾਨੂੰ ਇਹ ਯਾਦ ਦਿਲਾਣਾ ਚਾਹਨਾ ਮੈਂ ਕਿ ਬਈ this is your program, so please subscribe to it if you haven't already done it. Also have your friends subscribe it, and also whatever financial help you can do, it'll be most appreciated. And today we are going to talk about a program, Father's Day celebration. You know, Father's Day is a very popular festival or occasion in all over America and in many other countries. And father has a big role in our Punjabi society and society in general. And you know, there are Gurmat aspects of father's role, and there are Dunyavi aspects, worldly aspects of father's role. So like for example, you know, father of everyone, te Paramatma aap hi hai। ਉਸ ਤੋਂ ਵੱਡਾ ਤੇ ਹੋਰ ਕੋਈ ਨਹੀਂ, ਜਿਹਨੂੰ ਮਹਾਰਾਜ ਕਹਿੰਦੇ ਆ ਅਰਦਾਸ ਦੇ ਰੂਪ ਦੇ ਵਿੱਚ ਵੀ, ਏਕ ਪਿਤਾ ਏਕ ਉਸਕੇ ਹਮ ਬਾਰਿਕ। And then of course through our gurus and Kalgitar Padsha, when we get baptized, he is our spiritual father, and our spiritual mother is Mata Sahib Kaur, and then our place of residence is Anandpur Sahib. We are reminded that all the time, at the time of baptism and subsequently. And then father's reference is frequently made many places in Guru Granth Sahib. First Guru, actually, really Guru is the father and mother, and also Sade father and mother are also our Gurus. Like Gurbani, which it says, Gurdev Pita, Gurdev Mata, na yaad kita janda. So having said that, let's talk about it. Even if मैं पुरानी कहावत ਜਿਹੜੀ ਆ, I want to remind you, ਪੰਜਾਬੀ ਦੀ ਹੈ, ਜਿਵੇਂ ਕਿਹਾ ਜਾਂਦਾ ਕਿ ਮਾਂ ਪਰ ਧੀ, ਪਿਤਾ ਪਰ ਘੋੜਾ, ਬਹੁਤਾ ਨਹੀਂ ਤਾਂ ਥੋੜਾ ਥੋੜਾ। It shows the role, the modeling which the parents provide to the children. All right, having said that, I'm going to request Gyani Dharm Singh ji now to talk about the spiritual role of the father based on Gurbani teachings. Gyani ji? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਾਡੇ ਗੁਰਬਾਣੀ ਅੰਦਰ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਸਮੁੱਚੀ ਮਾਨਵਤਾ ਨੂੰ ਇੱਕ ਸੂਤ ਵਿੱਚ ਪਰੋਣ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਾਰਿਆਂ ਦਾ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਕਿਹਾ ਹੈ ਕਿ ਸਾਰਿਆਂ ਦਾ ਮਾਂ ਵੀ ਪਿਤਾ ਵੀ ਤੂੰ, ਮੇਰਾ ਪਿਤਾ ਤੂੰ ਹੈ, ਮੇਰਾ ਮਾਤਾ ਤੂੰ, ਮੇਰਾ ਬੰਧਪ ਤੂੰ, ਮੇਰਾ ਭਰਾਤਾ। ਸਾਰੇ ਰਿਸ਼ਤੇ ਜਿਹੜੇ ਨੇ ਪਿਆਰ ਦੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੋੜੇ ਨੇ, ਤੇ ਸਮੁੱਚੀ ਮਾਨਵਤਾ ਨੂੰ ਏਕੇ ਦੇ ਸੂਤ ਕੇ ਪਰੋਇਆ। ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ ਕਹਿ ਕੇ। ਇਸ ਦਾ ਮਕਸਦ ਖਾਸ ਤੌਰ ਤੇ ਜੋ ਵਾਇਸ ਆਫ ਮਾਨਵਤਾ ਟੀਵੀ ਚੈਨਲ ਦਾ ਮਕਸਦ ਆ, ਉਹ ਇਸੇ ਦੇ ਆਧਾਰ ਤੇ ਆ ਕਿ ਅਸੀਂ ਸਾਰੇ ਹੀ ਵੱਖ-ਵੱਖ ਦੇਸ਼ਾਂ ਵਿੱਚ ਵੱਖਰੀਆਂ ਵੱਖਰੀਆਂ ਬਰਾਦਰੀਆਂ, ਇਹਨਾਂ ਦੇ ਸਾਰੀਆਂ ਵਲਗਣਾਂ ਤੋਂ ਉੱਪਰ ਉੱਠ ਕੇ ਤੇ ਅਸੀਂ ਸਾਰੇ ਹਿਊਮਨ ਆ, ਤੇ ਆਪਸ ਦੇ ਵਿੱਚ ਸਾਡਾ ਇਹ ਪਿਆਰ ਤੇ ਇਹ ਰਿਸ਼ਤਾ ਵੀ ਭੈਣਾਂ ਭਰਾਵਾਂ ਵਾਲਾ ਹੋਣਾ ਚਾਹੀਦਾ। ਤੇ ਇਹ ਦੂਸਰਾ ਜਿਹੜਾ ਪੱਖ ਸੰਸਾਰਕ ਪੱਖ ਆ, ਉਹਦੇ ਵਿੱਚ
ਜਿਵੇਂ ਡਾਕਟਰ ਸਾਹਿਬ ਜੀ ਆਪ ਜੀ ਨੇ ਦੱਸਿਆ ਹੀ ਆ ਕਿ ਮਾਂ ਬਾਪ ਦਾ ਬਹੁਤ ਵੱਡਾ ਰੋਲ ਆ। ਤੇ ਕਿਉਂਕਿ ਅੱਜ ਫਾਦਰਸ ਡੇ ਆ ਤੇ ਜ਼ਿਆਦਾ ਗੱਲ ਆਪਾਂ ਇਹਦੇ ਤੇ ਕਰਾਂਗੇ, ਪਰ ਕਿਉਂਕਿ ਜਦੋਂ ਪਤੀ ਪਤਨੀ ਜਿਹੜੇ ਉਹਨਾਂ ਦਾ ਰਿਸ਼ਤਾ ਸਾਨੂੰ ਗੁਰਬਾਣੀ ਦੇ ਵਿੱਚ ਉਹਨਾਂ ਚ ਰਤੀ ਜਿੰਨੀ ਵਿੱਥ ਨਹੀਂ ਦੱਸੀ ਜਾਂਦੀ ਕਿ ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਆਂ ਸੋਏ। ਤੇ ਇਸੇ ਤਰ੍ਹਾਂ ਮਾਂ ਤੇ ਬਾਪ ਵੀ ਜਿਹੜੇ ਨੇ ਦੋਵੇਂ ਬੱਚੇ ਵਾਸਤੇ ਇੱਕੋ ਜਿਹੀ ਮਹਾਨ ਨੇ। ਜੇ ਮਾਂ ਨਹੀਂ ਆ ਤੇ ਵਾਹਿਗੁਰੂ ਕਿਰਪਾ ਕਰੇ ਕਿਸੇ ਦੀ ਵੀ ਮਾਂ ਜਿਹੜੀ ਆ ਉਹ ਬਚਪਨ ਚ ਖਾਸ ਤੌਰ ਤੇ ਨਾ ਗੁਜ਼ਰੇ, ਕਿਉਂਕਿ ਮਾਵਾਂ ਤੋਂ ਬਿਨਾਂ ਬੜਾ ਜੀਵਨ ਔਖਾ ਹੁੰਦਾ ਆ। ਦੂਸਰਾ ਜਿਹੜਾ ਪਿਤਾ ਆ, ਪਿਤਾ ਇਕੱਲੇ ਬੱਚਿਆਂ ਵਾਸਤੇ ਨਹੀਂ, ਬੱਚਿਆਂ ਦੀ ਮਾਂ ਵਾਸਤੇ ਵੀ ਉਹਦਾ ਬਹੁਤ ਵੱਡਾ ਰੋਲ ਆ। ਤੇ ਇਸ ਕਰਕੇ ਜਿਹੜਾ ਮਾਂ ਬਾਪ ਦਾ ਸਿਰ ਤੇ ਸਾਇਆ ਹੋਣਾ, ਇਹ ਦੁਨੀਆ ਦੇ ਵਿੱਚ ਕਈ ਤਰ੍ਹਾਂ ਦੀਆਂ ਤਕਲੀਫਾਂ ਦੁੱਖਾਂ ਨੂੰ ਸਹਿਣ ਕਰ ਸਕਦਾ ਮਨੁੱਖ, ਪਰ ਸਾਰੇ ਸੁੱਖ ਹੁੰਦੇ ਆ ਜੇ ਮਾਂ ਬਾਪ ਸਿਰ ਤੇ ਨਹੀਂ ਆ ਤੇ ਫਿਰ ਦੁੱਖਾਂ ਦੇ ਪਹਾੜ ਟੁੱਟ ਜਾਂਦੇ ਨੇ। ਥੈਂਕ ਯੂ ਗਿਆਨੀ ਜੀ। ਦੇਖੋ ਹੁਣ ਆਪਾਂ ਦੇਖੀਏ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਸੀ, ਹਾਂਜੀ ਜੀ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਚੰਦ। ਇਸੇ ਤਰ੍ਹਾਂ ਗਾਂ ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਸਪੁੱਤਰੀਆਂ ਸੀਗੀਆਂ, ਗੁਰੂ ਅਮਰਦਾਸ ਜੀ ਦੇ, ਤੇ ਫਿਰ ਗਾਂ ਗੁਰੂ ਰਾਮਦਾਸ ਜੀ ਦੇ। ਤੇ ਬੱਚੇ ਗੁਰੂ ਰਾਮਦਾਸ ਜੀ ਦੀ ਮਿਸਾਲ ਦੇ ਤੌਰ ਤੇ 3 ਪੁੱਤਰ ਸੀਗੇ, ਉਹਨਾਂ ਦੇ ਵੱਖੋ ਵੱਖਰੇ ਸੁਭਾਅ ਸੀਗੇ, ਚਾਹੇ ਉਹਨਾਂ ਦੇ ਜਿਹੜੇ ਮਾਂ ਪਿਓ ਇੱਕੋ ਹੀ ਸੀਗੇ, ਹਾਂਜੀ ਜੀ। ਤੇ ਪਰ ਗੁਰੂ ਅਰਜਨ ਦੇਵ ਜੀ ਦਾ ਦੇਖੋ ਰੋਲ ਕਿੰਨਾ ਮਹੱਤਵਪੂਰਨ ਹੈ, ਕਿੰਨਾ ਕੁਛ ਉਹਨਾਂ ਨੇ, ਉਹਨਾਂ ਦੀ ਹੁਣੇ ਆਪ ਸ਼ਹੀਦੀ ਵੀ ਮਨਾਈ ਹੈ, ਹਾਂਜੀ ਕਿ ਉਹਨਾਂ ਨੇ ਦਰਬਾਰ ਸਾਹਿਬ ਦੀ ਰਚਨਾ ਕੀਤੀ, ਗੁਰੂ ਆਦਿ ਗ੍ਰੰਥ ਦੀ ਰਚਨਾ ਕੀਤੀ, ਕਿੰਨੇ ਸ਼ਹਿਰ ਵਸਾਏ ਤੇ ਕਿਵੇਂ ਆਪਣਾ ਰੈਵਨਿਊ ਸਿਸਟਮ ਕ੍ਰੀਏਟ ਕੀਤਾ, ਜਿਹੜਾ ਆਪਣੇ ਮਸੰਦ ਸਿਸਟਮ, ਤੇ ਨਾਲੇ ਹੋਰ ਕਈ ਕਿਸਮ ਦੇ ਉਹਨਾਂ ਨੇ ਲਿਆਂਦੀਆਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਚੇਂਜਸ, ਤਾਂ ਕਿ ਜਿਹੜਾ ਸਿੱਖ ਕੌਮ ਦਾ ਵਿਕਾਸ ਵੱਧ ਸਕੇ, ਹਾਂਜੀ ਜੀ। ਸੋ ਗੁਰੂ ਘਰ ਦੇ ਵਿੱਚ ਉਸ ਨੂੰ ਚੁਣਿਆ ਜਾਂਦਾ ਨੈਕਸਟ, ਜਿਹੜਾ ਜ਼ਿਆਦਾ ਕਾਬਲ ਗਿਣਿਆ ਜਾਵੇ, ਜਿਹੜਾ ਕਾਬਲ ਹੋ ਸਕੇ। ਜੇ ਨਾ ਕਾਬਲ ਹੋਵੇ ਆਪਣੇ ਬੱਚਿਆਂ ਦੇ ਵਿੱਚੋਂ, ਤਾਂ ਗੁਰੂ ਘਰ ਦੇ ਵਿੱਚ ਇਹ ਵੀ ਆ ਕਿ ਵੀ ਹੋਰ ਨੂੰ ਜਿਹੜਾ ਆਪਣਾ ਜਿਹੜਾ ਡਿਸਾਈਪਲ ਹੈ, ਜਿਹੜਾ ਆਪਣਾ ਸ਼ਾਗਿਰਦ ਹੈ ਜਾਂ ਸੇਵਕ ਆ, ਉਹੀ ਜੇ ਕਾਬਲ ਹੋਵੇ ਤੇ ਉਸ ਨੂੰ ਵੀ ਗੁਰੂ ਮਹਾਰਾਜ ਚੁਣ ਲੈਂਦੇ ਨੇ। ਜਿਵੇਂ ਕਿ ਗੁਰੂ ਭਾਈ ਲਹਿਣਾ ਜੀ ਦੀ ਗੱਲ ਹੈ ਤੇ ਬਾਬਾ ਅਮਰਦਾਸ ਜੀ ਦੀ ਹੈ, ਇਸੇ ਤਰ੍ਹਾਂ। ਸੋ ਜਿਹੜਾ ਗੁਰੂ ਆ ਸਾਡੇ ਲਈ, ਗੁਰੂ ਵੀ ਤੇ ਸਾਡੇ ਪਿਓ ਦੇ ਤੌਰ ਤੇ ਵੀ ਸਾਡਾ ਬਹੁਤ ਮਤਲਬ ਖਿਆਲ ਰੱਖਦਾ ਹੈ ਜੀ। ਬਿਲਕੁਲ, ਕੀ ਖਿਆਲ ਹੈ? ਬਿਲਕੁਲ। ਜਿਹੜਾ ਗੁਰੂ ਆ, ਜੀਵਨ ਕੇਵਲ ਖਾ ਪੀ ਕੇ ਤੇ ਆਪਣਾ ਜ਼ਿੰਦਗੀ ਬਤੀਤ ਕਰਨਾ ਹੀ ਨਹੀਂ ਆ। ਗੁਰਬਾਣੀ ਦੇ ਅਨੁਸਾਰ ਮਨੁੱਖ ਦਾ ਜਿਹੜਾ ਸੰਸਾਰ ਤੇ ਆਉਣਾ ਹੈ, ਇਹਦਾ ਮੁੱਖ ਮਕਸਦ ਤੇ ਇਹੋ ਹੀ ਆ ਕਿ ਇਸ ਜੀਵਨ ਨੂੰ ਸਫਲ ਕਰਕੇ ਤੇ ਜਿੱਥੋਂ ਆਏ ਆ, ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੇ, ਉਹਦੇ ਵਿੱਚ ਲੀਨ ਹੋਣਾ ਆ। ਬੜੇ ਪਿਆਰੇ ਬਚਨ ਅਕਸਰ ਹਰ ਸਿੱਖ ਜਿਹੜਾ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਕਰਦਾ ਜਾਂ ਸੁਣਦਾ, ਤੇ ਇਹ ਬਚਨ ਸੁਣਦਾ ਹੀ ਆ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿ ਜਿਹੜਾ ਮਨੁੱਖਾ ਜੀਵਨ ਆ, ਇਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣ ਦਾ ਇੱਕ ਸਾਧਨ ਆ, ਇੱਕ ਇਹ ਸਾਨੂੰ ਸਮਾਂ ਮਿਲਿਆ, ਵਾਰੀ ਮਿਲੀ ਆ। ਤੇ ਉਹਦੇ ਵਾਸਤੇ ਫਿਰ ਉਹਦੇ ਤੱਕ ਮਿਲਿਆ ਕਿਵੇਂ ਜਾ ਸਕਦਾ, ਉਹ ਸਾਨੂੰ ਗੁਰੂ ਦੱਸਦਾ ਆ ਕਿ ਅਕਾਲ ਪੁਰਖ ਵਿੱਚ ਲੀਨ ਹੋਇਆ ਜਾ ਸਕਦਾ ਉਹਦੇ ਵਾਲੇ ਗੁਣਾਂ ਨੂੰ ਧਾਰਨ ਕਰਕੇ। ਕਿਉਂਕਿ ਬਾਣੀ 'ਚ ਇੱਕ ਪੰਕਤੀ ਆਉਂਦੀ ਆ, ਧਾਤ ਮਿਲੈ ਫੁਨ ਧਾਤ ਕਉ, ਲਿਵ ਲਿਵੈ ਕਉ ਧਾਵੈ। ਇਹਦਾ ਭਾਵ ਕਿ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ, ਤੇਲ ਦੇ ਵਿੱਚ ਤੇਲ ਮਿਲ ਜਾਂਦਾ, ਪਰ ਤੇਲ ਤੇ ਪਾਣੀ ਦੋਵੇਂ ਇਕੱਠੇ ਨਹੀਂ ਹੋ ਸਕਦੇ, ਕਿਉਂਕਿ ਉਹਨਾਂ ਦੇ ਗੁਣ ਵੱਖਰੇ ਵੱਖਰੇ ਨੇ। ਇਸੇ ਤਰ੍ਹਾਂ ਲੋਹੇ ਦੇ ਵਿੱਚ ਲੋਹਾ ਮਿਕਸ ਹੋ ਜਾਂਦਾ, ਜੇ ਦੂਸਰੀ ਕੋਈ ਧਾਤ ਹੋਊਗੀ ਤਾਂ ਉਹਦਾ ਰੰਗ ਜਿਹੜਾ ਉਹ ਚੇਂਜ ਹੋ ਜਾਏਗਾ। ਤੇ ਅਕਾਲ ਪੁਰਖ ਵਾਹਿਗੁਰੂ ਵਿੱਚ ਲੀਨ ਹੋਣ ਵਾਸਤੇ ਉਹਦੇ ਵਾਲੇ ਜਿਹੜੇ ਗੁਣ ਨੇ ਉਹ ਧਾਰਨ ਕਰਨੇ ਪੈਂਦੇ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ 'ਚ ਅਸੀਂ ਪੜ੍ਹਦੇ ਹਾਂ, ਰੋਜ਼ ਹੀ ਪੜ੍ਹੀਦਾ ਆ ਕਿ ਜਿਹੜੇ ਕਰਮ ਕਾਂਡ ਨੇ ਉਹ ਕੀਮਤ ਨਹੀਂ ਰੱਖਦੇ,
ਉਹਦੇ ਗੁਣ ਜਿਹੜੇ ਨੇ ਉਹ ਮਹਾਨ ਨੇ। ਜਿੱਥੇ ਆਉਂਦਾ ਵਾ ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਉ। ਤੇ ਅੱਗੇ ਆਉਂਦਾ ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵੇਣ ਗੁਣ ਕੀਤੇ ਭਗਤ ਨਾ ਹੋਏ। ਮੇਨ ਇਹਦੇ ਚ ਉਪਦੇਸ਼ ਵਾਲੀ ਗੱਲ ਆ ਕਿ ਵੇਣ ਗੁਣ ਕੀਤੇ ਭਗਤ ਨਾ ਹੋਏ, ਕਿ ਭਗਤੀ ਜਿਹੜੀ ਆ ਉਹ ਉਹਦੇ ਗੁਣਾਂ ਨੂੰ ਜੀਵਨ ਚ ਲਿਆਉਣ ਤੋਂ ਬਿਨਾਂ ਨਹੀਂ ਹੋ ਸਕਦੀ। ਤੇ ਸਾਨੂੰ ਗੁਰੂ ਸਾਹਿਬ ਜੀ ਨੇ ਆਪ ਜੀਉ ਕੇ ਤੇ ਉਪਦੇਸ਼ ਦੇ ਕੇ ਇਹ ਦੱਸਿਆ ਕਿ ਰੱਬੀ ਗੁਣ ਜਿਹੜੇ ਨੇ ਜਿਹਦੇ ਚ ਸਤ ਸੰਤੋਖ ਦਇਆ ਧਰਮ ਪਰ ਉਪਕਾਰ ਆਦਿਕ ਇਹ ਜੀਵਨ ਦੇ ਵਿੱਚ ਬੜੇ ਲਾਜ਼ਮੀ ਨੇ ਲਿਆਉਣੇ। ਤੇ ਇਹ ਗੁਰੂ ਹੀ ਸਾਨੂੰ ਜਿਹੜਾ ਵਾ ਇੱਕ ਬਾਪ ਦੀ ਤਰ੍ਹਾਂ ਬਾਹੋਂ ਫੜ ਕੇ ਤੋਰਦਾ ਇਸ ਰਸਤੇ ਤੇ। ਥੈਂਕ ਯੂ ਜੀ। ਇਸੇ ਤਰ੍ਹਾਂ ਦੁਨਿਆਵੀ ਪਾਸੇ ਵੀ ਜਦੋਂ ਅਸੀਂ ਨਜ਼ਰ ਮਾਰੀਏ ਤਾਂ ਜਿਹੜਾ ਸਾਡੇ ਪਿਤਾ ਜੀ ਹੈ ਜਾਂ ਜਿਹੜੇ ਸਾਡੇ ਫਾਦਰ ਨੇ, ਉਹ ਸਾਨੂੰ ਇੱਕ ਕਿਸਮ ਦਾ ਸਾਡੇ ਲਈ ਮਾਡਲ ਨੇ। ਜਿਵੇਂ ਸਾਡੇ ਫਾਦਰ ਕਰਦੇ ਨੇ, ਆਪਣਾ ਜੀਵਨ ਬਤੀਤ ਕਰਦੇ ਨੇ, ਦੱਸਦੇ ਨੇ ਕਿਵੇਂ ਉਹਨਾਂ ਦਾ ਕਾਰ ਵਿਹਾਰ ਕਰਨ ਦਾ ਢੰਗ ਆ, ਬੋਲਣ ਚੱਲਣ ਦਾ ਢੰਗ ਆ, ਉਹੀ ਬੱਚੇ ਸਿੱਖਦੇ ਨੇ। ਬਿਲਕੁਲ ਜੀ। ਤੇ ਇਸੇ ਤਰ੍ਹਾਂ ਹੀ ਮਾਂ ਦਾ ਵੀ। ਸੋ ਮੈਨੂੰ ਯਾਦ ਹੈ ਕਿ ਬਈ ਜਦੋਂ ਮੈਂ ਗ੍ਰੈਂਡ ਪੇਰੈਂਟਸ ਦਾ ਵੀ ਇਸੇ ਤਰ੍ਹਾਂ ਹੀ ਹੈ ਰੋਲ। ਮੈਂ ਜਦੋਂ ਛੋਟਾ ਹੁੰਦਾ ਸੀ ਤੇ ਮੇਰੇ ਜਿਹੜੇ ਦਾਦਾ ਜੀ ਸੀ ਉਹਨਾਂ ਦੀ ਉਂਗਲ ਫੜ ਕੇ ਅਸੀਂ ਗੁਰਦੁਆਰੇ ਜਾਂਦੇ ਸੀ, ਹੈਨੀ, ਜਾਂ ਹੋਰ ਬਾਹਰ ਸੈਰ ਵਗੈਰਾ ਕਰਨ ਜਾਣਾ। ਫਿਰ ਉਹ ਜਿਹੜੀਆਂ ਗੱਲਾਂ ਦੱਸਦੇ ਸੀ ਉਹਨਾਂ ਨੂੰ ਬੜੇ ਧਿਆਨ ਨਾਲ ਸੁਣੀਦਾ ਵੀ ਸੀਗਾ। ਹੌਲੀ ਹੌਲੀ ਉਹ ਅਸਰ ਵੀ ਕਰ ਜਾਂਦੀਆਂ ਸੀ ਆਪਣੇ ਉੱਤੇ ਕਿ ਵੀ ਸਾਡੇ ਦਾਦਾ ਜੀ ਨੇ ਜਾਂ ਸਾਡੇ ਬਾਬਾ ਜੀ ਨੇ ਆਹ ਗੱਲ ਦੱਸੀ ਸੀਗੀ। ਤੇ ਸੋ ਇਹ ਜਿਹੜੀ ਰੰਗਤ ਹੈ ਜਿਹੜੀ ਉਹ ਕੰਪਨੀ ਤੋਂ ਹੀ ਦੇਖ ਕੇ ਜਿਹੜੇ ਵੱਡੇ ਵਡੇਰੇ ਨੇ ਉਹਨਾਂ ਤੋਂ ਪੈਦਾ ਹੁੰਦੀ ਹੈ। ਸੋ ਜੇ ਸਾਡੇ ਮਾਂ ਪਿਓ ਖਾਸ ਤੌਰ ਤੇ ਜੇ ਪਿਤਾ ਜੀ ਦੀ ਗੱਲ ਕਰ ਰਹੇ ਆ, ਜੇ ਸਾਨੂੰ ਕੋਈ ਕਹਾਣੀਆਂ ਦੱਸਣਗੇ ਸਾਡੇ ਵੱਡੇ ਵਡੇਰਿਆਂ ਦੀਆਂ, ਜਿਵੇਂ ਕਹਿੰਦੇ ਆ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਤੇ ਜਿਹੜਾ ਸਾਡਾ ਜੀਵਨ ਹੈ ਬੜਾ ਚੰਗਾ ਬਣ ਸਕਦਾ ਹੈ। ਕੀ ਖਿਆਲ ਹੈ ਜੀ? ਬਿਲਕੁਲ ਜੀ। ਮੈਂ ਇੱਕ ਦਿਨ ਸਰਦਾਰ ਜਸਵੰਤ ਸਿੰਘ ਜ਼ਫਰ ਹੁਣਾਂ ਦੀ ਥੋੜੀ ਜਿਹੀ ਗੱਲ ਪੜ੍ਹ ਰਿਹਾ ਸੀਗਾ ਕਿਸੇ ਕਿਤਾਬ ਦੇ ਵਿੱਚ। ਉਹਨਾਂ ਲਿਖਿਆ, ਕਹਿੰਦੇ ਵੀ ਬੱਚੇ ਜਿਹੜੇ ਆ ਉਹਨਾਂ ਨੂੰ ਤੁਸੀਂ ਉਪਦੇਸ਼ ਜਿੰਨਾ ਮਰਜ਼ੀ ਦੇਈ ਜਾਓ, ਉਪਦੇਸ਼ ਨਹੀਂ ਉਹਨਾਂ ਤੇ ਉਹ ਕਾਟ ਕਰਦਾ, ਉਹ ਜੋ ਦੇਖਦੇ ਆ ਉਹ ਕਰਦੇ ਨੇ। ਉਹਨਾਂ ਨੇ ਉਦਾਹਰਣ ਦਿੱਤੀ, ਕਹਿੰਦੇ ਮੇਰਾ ਬੇਟਾ, ਉਹਨੂੰ ਮੈਂ ਸਕੂਲੇ ਛੱਡਣ ਜਾਂਦਾ ਸੀ ਤੇ ਲੈ ਕੇ ਆਂਦਾ ਸੀ, ਤੇ ਉਹਨੇ ਸਵੇਰੇ ਰੋਜ਼ ਹੀ ਕੋਈ ਕਾਪੀ ਕਿਤੇ ਪੈਨਸਲ ਨਾ ਲੱਭਣੀ, ਤੇ ਮੈਂ ਉਹਨੂੰ ਇੱਕ ਜਾਂਦਿਆਂ ਬੜੇ ਪਿਆਰ ਦੇ ਨਾਲ, ਬਹੁਤ ਹੀ ਪਿਆਰ ਨਾਲ ਮੈਂ ਉਹਨੂੰ ਕਿਹਾ ਵੀ ਵੇਖ ਪੁੱਤ, ਵੀ ਵੇਖ ਜਿਹੜਾ ਸਮਾਨ ਤੈਨੂੰ ਰੋਜ਼ ਲੱਭਣਾ ਪੈਂਦਾ, ਜੇ ਤੂੰ ਜਿੱਥੋਂ ਲੈਂਦਾ ਉੱਥੇ ਰੱਖਿਆ ਕਰ ਇੱਕ ਥਾਂ ਤੇ। ਇਹਦੇ ਨਾਲ ਜਿਹੜਾ ਤੇਰਾ ਟਾਈਮ ਜਿਹੜਾ ਖਰਾਬ ਨਹੀਂ ਹੋਇਆ ਕਰੂਗਾ, ਜਿਹੜਾ ਰੋਜ਼ ਹੀ ਹੁੰਦਾ ਆ, ਨਾਲੇ ਚਿੰਤਾ 'ਚ ਪੈ ਜਾਂਦਾ ਤੂੰ ਸਵੇਰੇ ਸਵੇਰੇ। ਤੇ ਮੈਂ ਵੇਖ ਰੋਜ਼ ਹੀ ਜਿਹੜੀ ਕਾਰ ਜਿੱਥੋਂ ਮੈਂ ਪਾਰਕ ਕਰਦਾ ਉੱਥੋਂ ਮੈਂ ਲੈ ਲੈਂਦਾ, ਮੈਨੂੰ ਲੱਭਣੀ ਨਹੀਂ ਪੈਂਦੀ ਉੱਥੇ ਮੁੜ ਕੇ। ਕਹਿੰਦੀ ਵੀ ਉਹ ਬੇਟਾ ਕਹਿੰਦਾ ਵੀ ਡੈਡੀ ਚਾਬੀ ਤੇ ਤੁਸੀਂ ਵੀ ਕਈ ਵਾਰ ਲੱਭਦੇ ਹੁੰਦੇ ਹੋ। ਮਤਲਬ ਕਿ ਉਹਨਾਂ ਦੇ ਗੱਲਾਂ ਦਾ ਇੰਨਾ ਅਸਰ ਨਹੀਂ ਹੁੰਦਾ ਜਿੰਨਾ ਉਹਨਾਂ ਨੇ ਜੀਵਨ ਨੂੰ ਦੇਖਣਾ ਆ। ਐਗਜ਼ੈਕਟਲੀ। ਤੇ ਸਾਡਾ ਹੁਣ ਜਦੋਂ ਅਸੀਂ ਸੰਸਾਰ ਵੱਲ ਨਜ਼ਰ ਮਾਰਦੇ ਆ ਤੇ ਜਿਹੜੇ ਸਿਰਫ ਅਖੌਤੀ ਸਿੱਖ, ਉਹਨਾਂ ਦੀ ਗੱਲ ਨਹੀਂ ਮੈਂ ਕਰਦਾ, ਜਿਹੜੇ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਅਮਲ 'ਚ ਲਿਆਉਣ ਦੀ ਕੋਸ਼ਿਸ਼ ਕਰਦੇ ਆ, ਤੇ ਬਹੁਤ ਹੱਦ ਤੱਕ ਸਿੱਖਾਂ ਦੇ ਅੰਦਰ ਮਜ਼ਹਬ ਪ੍ਰਸਤੀ ਜਿਹੜੀ ਆ ਉਹਦੇ ਤੋਂ ਉੱਪਰ ਉੱਠ ਕੇ ਸੇਵਾ ਕੀਤੀ ਜਾਂਦੀ ਆ। ਹਾਂਜੀ। ਫਿਰ ਕਿਸੇ ਕੋਈ ਵਿਪਤਾ ਆਉਂਦੀ ਆ ਤੇ ਇਹ ਸੇਵਾ ਕਰਦੇ ਨੇ, ਦੂਸਰੇ ਲੋਕ ਲੁੱਟਦੇ ਨੇ। ਜਦੋਂ ਉੱਤਰਾਖੰਡ ਵਿੱਚ ਹੜ੍ਹ ਆਏ ਸੀਗੇ ਕੁਝ ਸਾਲ ਪਹਿਲੇ, ਤੇ ਆਪਣੇ ਲੋਕੀ ਇਹੋ ਜਿਹੇ ਥਾਵਾਂ ਤੇ ਜਾ ਕੇ ਲੰਗਰ ਲਾਉਂਦੇ, ਲੋਕਾਂ ਨੂੰ ਘਰੋਂ ਘਰੀ ਪਹੁੰਚਾਉਂਦੇ, ਬਚਾਉਣ ਦੀ ਕੋਸ਼ਿਸ਼ ਕਰਦੇ, ਤੇ ਉਹਨਾਂ ਲੋਕਾਂ ਨੇ ਜਿਹੜੇ ਯਾਤਰੂ ਫਸ ਗਏ ਸੀਗੇ ਉਹਨਾਂ ਦੀ ਪੂਰੀ ਲੁੱਟ ਮਾਰ ਕੀਤੀ ਸੀ। ਤੇ ਇਸ ਕਰਕੇ ਇਹ ਜਿਹੜਾ ਦੇਖ ਕੇ, ਕਿਉਂਕਿ ਸਾਡੇ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਜੀਵਨ, ਸਾਰਾ ਕੁਛ ਹੀ ਜਿਹੜਾ ਮਨੁੱਖਤਾ ਤੋਂ ਵਾਰ ਦਿੱਤਾ, ਇੱਥੋਂ ਤੱਕ ਆਪਣੇ ਪਰਿਵਾਰਾਂ ਦਾ ਵੀ ਉਹਨਾਂ ਨੇ ਖਿਆਲ ਨਹੀਂ ਰੱਖਿਆ। ਤੇ ਇਸ ਕਰਕੇ ਜਿਹੜਾ ਮਾਂ ਬਾਪ ਦਾ ਰੋਲ ਆ ਉਹ ਬਹੁਤ ਵੱਡਾ ਜ਼ਰੂਰੀ ਆ। ਹੁਣ ਅਸਲੀ ਮਾਂ ਬਾਪ ਕਿਹੜੇ? ਮਾਂ ਬਾਪ ਦੁਸ਼ਮਣ ਵੀ ਹੋ ਸਕਦੇ ਨੇ। ਜਿਹੜੇ ਪਿਓ ਨੇ
ਬਚਪਨ ਦੇ ਵਿੱਚ ਬੱਚੇ ਨੂੰ ਨਸ਼ਾ ਆਪ ਕਰਦਾ ਆ ਤੇ ਬੱਚੇ ਨੂੰ ਉਹਨੇ ਲਾ ਦਿੱਤਾ, ਭਾਵੇਂ ਸ਼ਰਾਬ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ, ਤੇ ਉਹ ਬੱਚੇ ਨਾਲ ਉਹਨੇ ਬਹੁਤ ਵੱਡੀ ਦੁਸ਼ਮਣੀ ਕੀਤੀ ਆ। ਤੇ ਜੇ ਬੱਚੇ ਨੂੰ ਪਿਤਾ ਨੇ ਆਪਣੇ ਵੱਡਿਆਂ ਦੀਆਂ, ਬਜ਼ੁਰਗਾਂ ਦੀਆਂ, ਗੁਰੂ ਸਾਹਿਬ ਜੀ ਦੀਆਂ ਸਾਖੀਆਂ ਸੁਣਾ ਕੇ ਤੇ ਉਹਦਾ ਜੀਵਨ ਜਿਹੜਾ ਆ ਉਹ ਗੁਰਮਤ ਦਾ ਰੰਗਤ ਚਾੜਨ ਦੀ ਕੋਸ਼ਿਸ਼ ਕੀਤੀ, ਅਸਲ 'ਚ ਉਹੋ ਹੀ ਪਿਤਾ ਜਿਹੜਾ ਆ ਮਾਣਯੋਗ ਤੇ ਸਤਿਕਾਰਯੋਗ ਹੁੰਦਾ ਆ। ਇਸੇ ਤਰ੍ਹਾਂ ਮਾਵਾਂ ਦਾ ਆ, ਕਹਿੰਦੇ ਨੇ ਕਿ ਪੁਰਾਤਨ ਸਮੇਂ ਦੇ ਵਿੱਚ ਦੁਨੀਆ ਭਰ ਦੇ ਵਿੱਚ 2.5 ਮਾਵਾਂ ਮੰਨੀਆਂ ਗਈਆਂ। ਉਹਨਾਂ ਦੇ ਵਿੱਚ ਇੱਕ ਮਾਂ ਧਰੂ ਦੀ, ਇੱਕ ਮਾਂ ਬਾਬਾ ਫਰੀਦ ਜੀ ਦੀ, ਤੇ ਅੱਧੀ ਮਾਂ ਕਹਿੰਦੇ ਆ ਵੀ ਸ਼ਾਇਦ ਭਰਤਰੀ ਨਾਥ ਸੀ ਕਿ ਗੋਪੀ ਚੰਦ ਦੀ, ਇਹੋ ਜਿਹਾ ਕੋਈ ਹੈਗਾ ਹੋਰ, ਕਿਉਂਕਿ ਉਪਦੇਸ਼ ਦੇ ਕੇ ਰੱਬ ਵਾਲੇ ਪਾਸੇ ਲਾਇਆ। ਤੇ ਜਦੋਂ ਅਸੀਂ ਸਿੱਖੀ ਵੱਲ ਗੱਲ ਕਰਦੇ ਹਾਂ ਤੇ ਇੱਥੇ ਗਿਣਤੀ ਕੋਈ ਨਹੀਂ ਰਹਿ ਜਾਂਦੀ ਕਿ ਮਾਂ ਗੁਜਰੀ, ਮਾਤਾ ਭਾਨੀ, ਤੇ ਜਿੰਨੀਆਂ ਸਾਡੀਆਂ ਉਹ ਜਿਨ੍ਹਾਂ ਨੂੰ ਅਸੀਂ ਅਰਦਾਸ 'ਚ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਤੇ ਉਹ ਜਿਹੜੇ ਸਵਾ ਮਨ ਪੀਸਣੇ, ਪੀਸਦਿਆਂ ਵੀ ਤੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਵੀ ਵਾਹਿਗੁਰੂ ਦਾ ਸ਼ੁਕਰ ਕਰਦੀਆਂ ਸਨ, ਉਹਨਾਂ ਮਾਵਾਂ ਦੀ ਗਿਣਤੀ ਨਹੀਂ ਹੋ ਸਕਦੀ। ਤੇ ਇਸ ਕਰਕੇ ਮਾਂ ਬਾਪ ਦਾ ਜਿਹੜਾ ਸਹੀ ਰੋਲ ਆ ਉਹ ਇਹ ਆ ਕਿ ਸੰਸਾਰਕ ਪੱਧਰ ਤੇ ਹਰ ਮਾਂ ਬਾਪ ਕੋਸ਼ਿਸ਼ ਕਰਦਾ ਬੱਚਿਆਂ ਨੂੰ ਕਿ ਚੰਗੇ ਖਾਣ ਪੀਣ ਦੇ, ਰਹਿਣ ਸਹਿਣ ਦੇ ਪ੍ਰਬੰਧ ਕੀਤੇ ਜਾਣ ਵਿਦਿਆ ਦੇ, ਉੱਥੇ ਨਾਲ ਦੀ ਨਾਲ ਮਨੁੱਖਤਾ ਦੀ ਤੇ ਜਿਹੜੇ ਸ਼ੁਭ ਗੁਣ ਨੇ ਉਹਨਾਂ ਦੀ ਸਿੱਖਿਆ ਜਿਹੜੀ ਦੇਣੀ ਬਹੁਤ ਜ਼ਰੂਰੀ ਬਣਦੀ ਆ। Yeah, that's very important. ਬਹੁਤ ਗੁੱਡ ਪੁਆਇੰਟ ਹੈ। ਹਾਂਜੀ, ਤੇ ਇਸੇ ਤਰ੍ਹਾਂ ਭਾਈ ਗਿਆਨੀ ਜੀ ਇੱਕ ਇਹ ਵੀ ਆਉਂਦਾ ਹੈ ਗੁਰਬਾਣੀ ਦੇ ਵਿੱਚ ਕਿ ਵੀ ਦੇਖਿਓ ਜਿਹੜਾ ਪਿਓ ਹੈ, ਬੱਚਾ ਗਲਤੀ ਕਰਦਾ ਉਹਨੂੰ ਝਿੜਕਦਾ ਤੇ ਉਹਨੂੰ ਸਮਝਾਉਂਦਾ, ਫਿਰ ਉਹਨੂੰ ਗਲ ਦੇ ਨਾਲ ਲਾਉਂਦਾ ਹੈ ਜੀ, ਕਿ ਵੀ ਇਹ ਜਿਹੜੇ ਪ੍ਰਿੰਸੀਪਲਸ ਨੇ ਭੈ ਤੇ ਭਾਵ ਦੇ ਨਾਲੋਂ ਨਾਲ ਵਰਤਣੇ ਪੈਂਦੇ ਆ ਤਾਂ ਕਿ ਉਹ ਜਿਹੜਾ ਬੱਚੇ ਦਾ ਕਰੈਕਟਰ ਬਣ ਸਕੇ, ਹੈ ਜੀ। ਇਹ ਬੜਾ ਜ਼ਰੂਰੀ ਆ ਜੀ, ਕਿਉਂਕਿ ਬੱਚਾ ਜਿਹੜਾ ਆ ਜਦੋਂ ਅਸੀਂ ਪੁਰਾਣੀਆਂ ਸੁਣਦੇ ਆ ਤੇ ਉਦੋਂ ਵੀ ਸਮੇਂ ਦੇ ਨਾਲ ਸਿੱਖਿਆ, ਜਿੱਦਾਂ ਭਗਤ ਧਰੂ ਜੀ ਦੇ ਬਾਰੇ ਆਂਦਾ ਕਿ ਉਹਨਾਂ ਨੂੰ ਪਿਤਾ ਦੀ ਗੋਦੀ 'ਚ ਬੈਠਾ ਸੀ ਤੇ ਉਹਨਾਂ ਦੀ ਮਤਰੇਈ ਮਾਂ ਨੇ ਚੁੱਕ ਕੇ ਤੇ ਬਾਹੋਂ ਫੜ ਕੇ ਕੱਢ ਦਿੱਤਾ ਕਿ ਜੇ ਇੱਥੇ ਬਹਿਣਾ ਸੀ ਤੇ ਮੇਰੀ ਗੋਦੀ 'ਚੋਂ, ਮੇਰੀ ਕੁੱਖੋਂ ਜਨਮ ਲੈਂਦਾ। ਤੇ ਧਰੂ ਜਿਹੜਾ ਸੀਗਾ ਉਹ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਉਹਦਾ, ਭਈ ਡੱਡੋ ਲਿਖਾ ਮਾਂ ਪੁੱਛਿਆ ਤੂੰ ਸੁਆਣੀ ਹੈ ਕਿ ਸਰੀਤਾ, ਕਿ ਉਹ ਰੋਂਦਾ ਆ ਤੇ ਹੌਕੇ ਲੈਂਦਾ ਹੋਇਆ ਮਾਂ ਨੂੰ ਕਹਿੰਦਾ ਵੀ ਤੂੰ ਮਾਂ ਵੀ ਪਟਰਾਣੀ ਆ ਕਿ ਤੂੰ ਗੋਲੀ ਆ। ਤੇ ਮਾਂ ਨੇ ਵੇਖਿਆ ਕਿ ਹੁਣ ਮੌਕਾ, ਮਾਂ ਕਹਿੰਦੀ ਕਿ ਪੁੱਤਰ ਮੈਂ ਜਨਮ ਕਰਕੇ ਤੇ ਪਟਰਾਣੀ ਆ, ਪਰ ਮੈਂ ਰੱਬ ਦੀ ਬੰਦਗੀ ਨਹੀਂ ਕੀਤੀ, ਕੋਈ ਚੰਗੇ ਕੰਮ ਨਹੀਂ ਕੀਤੇ, ਤੇ ਇਸ ਕਰਕੇ ਮੇਰੀ ਹਾਲਤ ਗੋਲੀਆਂ ਵਰਗੀ ਆ। ਤੇ ਬੱਚਾ ਫਿਰ ਪੁੱਛਦਾ ਕਿ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਨ ਮੀਤਾ, ਕਿ ਫਿਰ ਕੀ ਕੀਤਾ ਜਾਏ ਜਿਹਦੇ ਨਾਲ ਦੁਸ਼ਮਣ ਜਿਹੜੇ ਆ ਉਹ ਮਿੱਤਰ ਬਣ ਜਾਣ ਤੇ ਰਾਜ ਭਾਗ ਪ੍ਰਾਪਤ ਹੋ ਸਕੇ। ਤੇ ਮਾਂ ਨੇ ਫਿਰ ਇਹੋ ਕਿਹਾ ਸੀਗਾ ਕਿ ਗੋਬਿੰਦ ਆਰਾਧੀ ਹੈ ਜਿੱਦੂ ਹੋਈ ਹੈ ਪਤਤ ਪੁਨੀਤਾ, ਕਿ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਚਾਹੀਦਾ ਜਿਹਦੇ ਨਾਲ ਸਾਡਾ ਜੀਵਨ ਜਿਹੜਾ ਵਾ ਪਤਤਾਂ ਤੋਂ ਪਾਵਨ ਹੋ ਜਾਂਦਾ। ਤੇ ਇਹ ਮਾਂ ਬਾਪ ਜਿਹੜੇ ਸਿੱਖਿਆ ਦਿੰਦੇ ਨੇ। ਇਸੇ ਤਰ੍ਹਾਂ ਬਾਬਾ ਫਰੀਦ ਜੀ ਦੇ ਬਾਰੇ ਆਉਂਦਾ ਵੀ ਉਹ ਫਰੀਦ ਜੀ ਦੀ ਮਾਤਾ ਜਿਹੜੀ ਆ ਉਹਨਾਂ ਨੂੰ ਕਹਿੰਦੀ ਵੀ ਪੁੱਤਰ ਮਸੀਤ 'ਚ ਜਾਣਾ ਚਾਹੀਦਾ। ਗੱਲ ਤੁਹਾਡੀ ਵਿਚਾਲੇ ਹੈ ਕਿ ਵੀ ਕਿਉਂਕਿ ਅਸੀਂ ਕੁਝ ਦਿਨਾਂ ਦੇ ਸੰਡੇ ਨੂੰ ਬਣਾ ਰਹੇ ਹੈਗੇ ਆ, ਲੋਕ ਬਣਾ ਰਹੇ ਨੇ ਫਾਦਰਸ ਡੇ, ਹਾਂਜੀ, ਤੇ ਉਹ ਜੇ ਮਦਰਸ ਡੇ ਹੁਣ ਨਿਕਲ ਚੁੱਕਿਆ ਬਾਅਦ, ਤੇ ਜਿਹੜਾ ਫਾਦਰਸ ਡੇ ਆ ਰਿਹਾ ਇਹ ਸਾਨੂੰ ਕਿਸ ਤਰੀਕੇ ਨਾਲ ਮਨਾਉਣਾ ਚਾਹੀਦਾ ਤੁਹਾਡੇ ਖਿਆਲ ਅਨੁਸਾਰ? ਵੈਸੇ ਤੇ ਨਾ ਜੀ ਚਲੋ ਇਹ ਇੱਕ ਵਪਾਰਕ ਦ੍ਰਿਸ਼ਟੀ ਤੋਂ ਵੱਖਰੇ ਵੱਖਰੇ ਸ਼ੁਰੂ ਕੀਤੇ ਗਏ ਆ ਤੇ ਇਹਨਾਂ ਤੋਂ ਕੋਈ ਮੁਨਕਰ ਹੋ ਨਹੀਂ ਸਕਦਾ ਵੀ ਹਰ ਇੱਕ ਵਾਸਤੇ ਮਾਂ, ਜਿਵੇਂ ਤੁਸੀਂ ਪਹਿਲੇ ਦੱਸਿਆ ਕਿ ਬੜੀ ਮਹਾਨ ਹੁੰਦੀ ਆ, ਆਪਣਾ ਬਾਪ ਪਿਤਾ ਜਿਹੜਾ ਆ ਉਹ ਬੜਾ ਮਹਾਨ ਹੁੰਦਾ ਆ ਤੇ ਉਹਨਾਂ ਦਾ ਅਦਬ ਸਤਿਕਾਰ ਜਿਹੜਾ ਆ ਉਹ ਰੱਖਣਾ ਚਾਹੀਦਾ। ਪਰ ਜਿਹੜਾ ਸਾਨੂੰ ਗੁਰਮਤ ਦੀ ਸਿੱਖਿਆ ਦਿੰਦੀ ਆ ਉਹ ਸਾਲ 'ਚ ਇੱਕ ਵਾਰੀ ਕੋਈ ਦਿਨ ਮਨਾਉਣ ਦਾ ਕੋਈ ਬਹੁਤਾ ਜ਼ਿਆਦਾ ਹੈ ਨਹੀਂ, ਜਾਂ ਕੋਈ ਗਿਫਟ ਦੇ ਦਿਓ ਜਾਂ ਕੋਈ ਇਹ ਦੇ ਦਿਓ। ਮਾਂ ਬਾਪ ਦਾ ਤੇ ਹਰ ਵਕਤ ਹੀ ਚੇਤਾ ਰੱਖਣਾ ਚਾਹੀਦਾ,
ਉਹਨਾਂ ਦੇ ਜਿਹੜੇ ਆਗਿਆ ਦੇ ਵਿੱਚ ਰਹਿਣਾ, ਉਹਨਾਂ ਦੀ ਰਿਸਪੈਕਟ ਕਰਨੀ, ਉਹਨਾਂ ਦਾ ਇੱਜ਼ਤ ਮਾਣ ਕਰਨਾ ਤੇ ਉਹਨਾਂ ਦੀਆਂ ਚੰਗੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਆਪਣੇ ਜੀਵਨ 'ਚ ਧਾਰਨ ਕਰਨਾ, ਉਹਨਾਂ ਨੂੰ ਆਪਣੇ ਵੱਲੋਂ ਕੋਈ ਤਕਲੀਫ ਨਾ ਹੋਣ ਦੇਣੀ। ਇਹ ਤੇ ਰੋਜ਼ ਹੀ ਸਾਡਾ ਫਾਦਰਜ਼ ਡੇ ਆ। ਦਿਨ 'ਚ ਕਈ ਵਾਰਾਂ ਜਿੰਨੀ ਵਾਰਾਂ ਮਿਲੋ, ਮੈਂ ਜੇ ਮਾਂ ਦੇ ਪੈਰੀਂ ਹੱਥ ਲਾ ਦਿਓ ਤੇ ਕਿੰਨੀਆਂ ਕੁ ਅਸੀਸਾਂ ਦੇ ਦਿੰਦੀ ਆ। ਇਸੇ ਤਰ੍ਹਾਂ ਪਿਤਾ ਦੇ ਉਹਦੇ ਕਹਿ ਦਿਓ, ਪਿਤਾ ਜੀ ਤੁਸੀਂ ਸਾਡੇ ਲਈ ਬਹੁਤ ਕੁਝ ਕੀਤਾ, ਸਾਨੂੰ ਚੰਗਾ ਜੀਵਨ ਦਿੱਤਾ, ਸਾਡੇ ਲਈ ਤੁਸੀਂ ਮਿਹਨਤ ਮਸ਼ੱਕਤ ਕੀਤੀ। ਤੇ ਉਹ ਇਸ ਕਰਕੇ ਸਾਡਾ ਤੇ ਮਨਾਉਣ ਦਾ ਜਿਹੜਾ ਉਹ ਰੋਜ਼ ਹੀ ਆ ਫਾਦਰਜ਼ ਡੇ। ਰਾਈਟ, ਉਹ ਤਾਂ ਗੱਲ ਤੁਹਾਡੀ ਬਿਲਕੁਲ ਠੀਕ ਹੈ। ਇਹ ਚਾਹੀਦਾ ਤਾਂ ਇਸੇ ਤਰ੍ਹਾਂ ਹੀ ਹੈ, ਪਰ ਕਿਉਂਕਿ ਇਹ ਫੋਕਸ ਡੇ ਹੁੰਦਾ ਉਸ ਦਿਨ ਕਿ ਬਈ ਰੀਤ ਰਿਵਾਜ ਜਿਹੜਾ ਆਮ ਜਿਹੜਾ ਹੈਗਾ ਅਮਰੀਕਨ ਕਲਚਰ ਦਾ ਜਾਂ ਕੈਨੇਡੀਅਨ ਕਲਚਰ ਦਾ ਇਸ ਤਰ੍ਹਾਂ ਦਾ ਹਿਸਾਬ ਹੈ। ਤੇ ਮੈਂ ਸੋਚ ਰਿਹਾ ਸੀ ਵੀ ਸਾਨੂੰ, ਕਿਉਂਕਿ ਅਸੀਂ ਇੱਥੇ ਰਹਿੰਦੇ ਹਾਂ, ਉਸ ਤਰ੍ਹਾਂ ਵੀ ਬਣਾਉਣਾ ਚਾਹੀਦਾ ਜਿਵੇਂ ਮਤਲਬ ਇਹ ਲੋਕ ਕਰਦੇ ਨੇ, ਤੇ ਆਪਣੇ ਗੁਰਮਤ ਦੇ ਤਰੀਕੇ ਨਾਲ ਵੀ ਬਣਾਉਣਾ ਚਾਹੀਦਾ। ਤੇ ਤੁਹਾਡਾ ਕੀ ਵਿਚਾਰ ਹੈ ਕਿ ਬਈ ਉਸ ਨੂੰ ਜੇ ਅਸੀਂ ਬਣਾਉਣਾ ਚਾਹੁੰਦੇ ਹਾਂ ਤੇ ਕਿਸ ਰੂਪ ਦੇ ਵਿੱਚ ਕਰੀਏ? ਬਈ ਉਹਨਾਂ ਦੇ ਨਿਮਿਤ ਸ਼ਬਦ ਕੀਰਤਨ ਦਾ ਸਮਾਗਮ ਹੋਵੇ, ਜਾਂ ਉਹਨਾਂ ਦੇ ਨਿਮਿਤ ਕੋਈ ਕੇਕ ਕੱਟਣਾ ਵਗੈਰਾ ਹੀ ਠੀਕ ਹੈ, ਜਾਂ ਸਿਰਫ ਇਕੱਲਾ ਕਾਰਡ ਵਗੈਰਾ ਹੀ ਦੇਤਾ, ਜਾਂ ਹੋਰ ਕਿਸ ਰੂਪ ਦੇ ਵਿੱਚ ਅਸੀਂ ਕਰ ਸਕਦੇ ਹਾਂ? ਡਾਕਟਰ ਸਾਹਿਬ ਜੀ, ਹਾਂਜੀ, ਮੈਂ ਇਹਦੇ ਬਾਰੇ ਇਸ ਤਰ੍ਹਾਂ ਸੋਚਦਾ ਵਾਂ ਵੀ ਇਹ ਤੇ ਹਰ ਇੱਕ ਦੀ ਆਪੋ ਆਪਣੀ ਪਹੁੰਚ ਆ। ਮੈਂ ਇੱਥੇ ਇੱਕ ਮੇਰੇ ਜਾਣਕਾਰ ਮੇਰੇ ਮਿੱਤਰ ਵੀ ਆ ਸਮਝ ਲਓ, ਤੇ ਉਹਨਾਂ ਦੇ ਬੇਟੇ ਨੇ ਉਹਨਾਂ ਨੂੰ ਇੱਕ ਵੱਡੀ ਕਾਰ ਲੈ ਕੇ ਦਿੱਤੀ ਫਾਦਰਜ਼ ਡੇ ਤੇ। ਬਹੁਤ ਵੱਡੀ ਗੱਲ ਹੋ ਗਈ। ਹਾਂਜੀ, ਬੜੀ ਵੱਡੀ ਗੱਲ ਆ ਕਿ ਤੇ ਆਪਣੀ ਪਹੁੰਚ ਦੇ ਮੁਤਾਬਕ ਮੈਂ ਇਹ ਸਮਝਦਾ ਹਾਂ ਕਿ ਬੱਚਿਆਂ ਦੇ ਜਨਮ ਦਿਨ ਤੇ ਅਸੀਂ ਬਚਪਨ 'ਚ ਜਦੋਂ ਉਹਨਾਂ ਨੂੰ ਬਹੁਤੀ ਸੋਝੀ ਨਹੀਂ ਹੁੰਦੀ ਉਦੋਂ ਤੋਂ ਮਨਾਉਣਾ ਸ਼ੁਰੂ ਕਰ ਦਿੰਦੇ ਆ। ਉਹ ਸਾਡੀ ਮਰਜ਼ੀ ਹੁੰਦੀ। ਪਰ ਮਾਂ ਬਾਪ ਜਿਹੜੇ ਨੇ ਸਾਡੇ, ਉਹ ਕਿਉਂਕਿ ਸਾਰਾ ਕੁਝ ਉਹਨਾਂ ਜੀਵਨ ਹੰਢਾਇਆ ਆ, ਤੇ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਪਿਤਾ ਜੀ ਮੈਂ ਤੁਹਾਡਾ ਬਰਥ ਫਾਦਰਜ਼ ਡੇ ਆ ਰਿਹਾ ਤੇ ਵੀ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ, ਤੁਸੀਂ ਮੇਰੇ ਕੋਲੋਂ ਕੀ ਚਾਹੁੰਦੇ ਹੋ ਵੀ ਮੈਂ ਆਪਣੀ ਖੁਸ਼ੀ ਨਾਲ ਵੀ ਮੈਨੂੰ ਠੰਡ ਪਊਗੀ ਜੇ ਤੁਸੀਂ ਮੈਨੂੰ ਕੁਛ ਕਹੋ। ਤੇ ਉਹ ਫਿਰ ਉਹਨਾਂ ਦੀ ਉਹ ਜਿਹੜੀ ਲੋੜ ਆ ਉਹ ਪੂਰੀ ਕੀਤੀ ਜਾਏ, ਵੱਡੀ ਗੱਲ। ਦੂਸਰਾ ਜਿਹੜਾ ਸਿੱਖ ਦਾ ਜਿਹੜਾ ਹਰ ਸਮਾਗਮ ਜਿਹੜਾ ਆ ਉਹ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਆ। ਘਰ 'ਚ ਪ੍ਰੋਗਰਾਮ ਕੀਤਾ ਜਾ ਸਕਦਾ ਵਾ, ਕੀਰਤਨ ਦਾ ਹੋ ਸਕਦਾ, ਬਾਣੀ ਦਾ ਹੋ ਸਕਦਾ, ਗੁਰਮਤਿ ਵਿਚਾਰਾਂ ਦਾ ਹੋ ਸਕਦਾ ਆ। ਆਪਣੇ ਸੱਜਣਾ ਮਿੱਤਰਾਂ ਨੂੰ ਬੁਲਾ ਕੇ ਤੇ ਉਸ ਖੁਸ਼ੀ ਨੂੰ ਵਧਾਇਆ ਜਾ ਸਕਦਾ। ਵੈਰੀ ਗੁੱਡ। ਤੇ ਆਪਣੇ ਪੁਰਾਤਨ ਕਹਾਣੀ ਹੁੰਦੀ ਸੀ ਇੱਕ ਪੁਰਾਣੀ ਸਰਵਣ ਕੁਮਾਰ ਦੀ, ਕਿਵੇਂ ਉਹ ਆਪਦੇ ਮਾਂ ਪਿਓ ਨੂੰ ਲੈ ਕੇ ਜਾਂਦਾ ਸੀਗਾ ਤੀਰਥ ਯਾਤਰਾ ਕਰਵਾਉਣ ਦੇ ਲਈ ਜੀ। ਉਹਦੀ ਬਾਬਤ ਕੁਝ ਵਿਚਾਰ ਦੱਸੋ। ਉਹਦੇ ਬਾਰੇ ਮੈਂ ਪੜ੍ਹਿਆ ਤੇ ਕਈ ਕੁਝ ਵਾ, ਤੇ ਆਮ ਤੌਰ ਤੇ ਇੰਨਾ ਹੀ ਆ ਵੀ ਉਹਦੇ ਮਾਂ ਬਾਪ ਅੰਨੇ ਸੀਗੇ। ਹਾਂਜੀ। ਤੇ ਉਹਨਾਂ ਦੀ ਇੱਛਾ ਹੋਈ ਸੀਗੀ ਤੀਰਥਾਂ ਤੇ ਜਾਣ ਦੀ, ਤੇ ਉਹਨਾਂ ਨੇ ਸਰਵਣ ਨੇ ਫਿਰ ਵਹਿੰਗੀ ਬਣਾ ਕੇ ਤੇ ਉਹਨਾਂ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਤੇ ਤੀਰਥਾਂ ਦੀ ਯਾਤਰਾ ਕਰਾਈ। ਤੇ ਇਹਦੇ ਬਾਰੇ ਬੜੀ ਵੱਡੀ ਸਿੱਖਿਆਦਾਇਕ ਗੱਲ ਮੈਂ ਗਿਆਨੀ ਮਾਨ ਸਿੰਘ ਝੌਰ ਹੋਰਾਂ ਦੇ ਬਚਨ ਸੁਣੇ ਸੀ। ਉਹ ਕਹਿੰਦੇ ਵੀ ਸਰਵਣ ਦੇ ਬਾਰੇ ਦੋ ਗੱਲਾਂ ਹੁੰਦੀਆਂ। ਇੱਕ ਕਹਿੰਦੇ ਆ ਵੀ ਉਹਦਾ ਵਿਆਹ ਨਹੀਂ ਸੀ ਹੋਇਆ, ਤੇ ਕਈ ਕਹਿੰਦੇ ਆ ਵੀ ਵਿਆਹ ਹੋਇਆ ਸੀਗਾ। ਤੇ ਉਹਨਾਂ ਨੇ ਆਪਣੇ ਇੱਕ ਉਸਤਾਦ ਦਾ ਜ਼ਿਕਰ ਕੀਤਾ, ਕੋਈ ਬਨਾਰਸ ਦਾ ਪੰਡਿਤ ਸੀਗਾ ਸ਼ਾਇਦ, ਉਹਨੇ ਕਹਿੰਦੇ ਵੀ ਲਿਖਿਆ ਵਾ ਵੀ ਸਰਵਣ ਦਾ ਵਿਆਹ ਵੀ ਹੋਇਆ ਸੀਗਾ। ਤੇ ਗੱਲ ਏਦਾਂ ਹੋਈ ਕਿ ਉਹ ਇੱਕ ਤੇ ਅੰਨੇ ਸੀਗੇ, ਇੱਕ ਬਜ਼ੁਰਗ ਹੋ ਗਏ। ਜਦੋਂ ਬਜ਼ੁਰਗ ਹੋ ਜਾਂਦਾ ਬੰਦਾ, ਦੰਦ ਵੀ ਕਈ ਵਾਰ ਕੰਮ ਨਹੀਂ ਕਰਦੇ, ਉਹਨਾਂ ਨੂੰ ਭੋਜਨ ਬੱਚਿਆਂ ਵਰਗਾ ਚਾਹੀਦਾ। ਪਰ ਕਹਿੰਦੇ ਕਿ ਜਿਹੜੀ ਸਰਵਣ ਦੀ ਘਰ ਵਾਲੀ ਸੀਗੀ, ਉਹਨੇ ਰੁੱਖੀ ਮਿੱਸੀ ਰੋਟੀ ਉਹਨਾਂ ਦੇ ਅੱਗੇ ਰੱਖ ਦੇਣੀ, ਤੇ ਜੇ ਉਹਨਾਂ ਕੋਲ ਕਹਿਣਾ ਵੀ ਪੁੱਤਰ ਅਸੀਂ ਬੁੱਢੜੇ ਆ, ਸਾਡੇ ਦੰਦ ਹੈ ਨਹੀਂ ਤੇ ਸਾਥੋਂ ਨਹੀਂ ਖਾਧੀ ਜਾਂਦੀ, ਤੇ ਉਹਨੇ ਕਹਿਣਾ ਡੱਫਣੀ ਆ ਤੇ ਡੱਫ ਲਓ, ਨਹੀਂ ਤੇ ਭੁੱਖੇ ਮਰੋ। ਤੇ ਇਹ ਇੱਕ ਦਿਨ ਕਹਿੰਦੇ ਸਰਵਣ ਆਪਣੇ ਪਿਓ ਦੇ ਕੋਲ ਗਿਆ ਤੇ ਕਹਿੰਦਾ ਵੀ ਪਿਤਾ ਜੀ
ਤੁਸੀਂ ਸਾਡੇ ਲਈ ਬੜਾ ਕੁਝ ਕੀਤਾ ਤੇ ਮੈਂ ਤੁਹਾਡੇ ਲਈ ਕੀ ਕਰ ਸਕਦਾ ਵੀ ਤੁਸੀਂ ਮੇਰੇ ਤੋਂ ਕਿਸੇ ਗੱਲੋਂ ਦੁਖੀ ਤੇ ਨਹੀਂ। ਪਿਤਾ ਕਹਿੰਦਾ ਵੀ ਪੁੱਤਰ ਮੈਂ ਤੇਰੇ ਤੋਂ ਇੰਨਾ ਖੁਸ਼ ਵਾਂ ਜਿੰਨਾ ਕਿਸੇ ਦੀ ਕੂਹਣੀ ਤੇ ਸੱਟ ਲੱਗ ਜਾਏ ਤੇ ਉਹ ਖੁਸ਼ ਹੁੰਦਾ। ਹਾਂਜੀ ਤੇ ਕਹਿੰਦੇ ਕਿ ਸਰਵਣ ਇੱਕ ਦਿਨ ਕੋਈ ਕੰਮ ਕਾਰ ਕਰ ਰਿਹਾ ਸੀ ਤੇ ਉਹਨੇ ਉਦੋਂ ਤੇ ਕੋਈ ਗੌਲੀ ਨਾ ਗੱਲ ਸਮਝਿਆ ਹੀ ਨਾ, ਹਾਂਜੀ ਤੇ ਉਹ ਜੇ ਕੂਹਣੀ ਤੇ ਸੱਟ ਲੱਗੀ ਤਾਂ ਕਈ ਵਾਰ ਸਾਡੇ ਵੀ ਲੱਗੀ ਹੈ ਤੇ ਉਹ ਇੱਕ ਕਰੰਟ ਵਾਂਗੂ ਪੈਂਦਾ ਆ ਤੇ ਤਕਲੀਫ ਹੁੰਦੀ ਬੜੀ। ਹਾਂਜੀ ਤੇ ਉਹਨੂੰ ਲੱਗਿਆ ਤੇ ਉਹਨੂੰ ਯਾਦ ਆ ਗਈ ਪਿਓ ਵਾਲੀ ਗੱਲ ਕਿ ਪਿਤਾ ਨੇ ਇਹ ਕਿਹਾ ਸੀ ਤੇ ਇਹਦਾ ਮਤਲਬ ਪਿਤਾ ਜੀ ਮੇਰੇ ਤੋਂ ਬਹੁਤ ਦੁਖੀ ਨੇ। ਹਾਂਜੀ ਤੇ ਜਾ ਕੇ ਤੇ ਕਹਿੰਦਾ ਵੀ ਪਿਤਾ ਜੀ ਮੈਨੂੰ ਅੱਜ ਸਮਝ ਲੱਗੀ ਆ ਤੇ ਤੁਸੀਂ ਵੀ ਦੱਸੋ ਕਿਹੜੀ ਗੱਲੋਂ ਇੰਨੇ ਦੁਖੀ ਹੋ ਇੰਨੇ ਤੰਗ ਹੋ। ਤੇ ਪਿਤਾ ਜੀ ਨੇ ਫਿਰ ਉਹ ਗੱਲ ਦੱਸੀ ਕਿ ਪੁੱਤਰ ਆਹ ਗੱਲ ਆ ਕਿ ਅਸੀਂ ਬੁੱਢੜੇ ਆ, ਮੂੰਹ ਚ ਦੰਦ ਨਹੀਂ ਹੈ, ਵੀ ਅਸੀਂ ਅੰਨੇ ਆ, ਆਪਣੀ ਮਰਜ਼ੀ ਕਰ ਨਹੀਂ ਸਕਦੇ ਤੇ ਤੇਰੀ ਘਰ ਵਾਲੀ ਸਾਡੇ ਨਾਲ ਇਹੋ ਜਿਹਾ ਵਿਹਾਰ ਕਰਦੀ ਆ। ਤੇ ਫਿਰ ਕਹਿੰਦੇ ਕਿ ਸਰਵਣ ਜਿਹੜਾ ਉਹਨੇ ਉਹਨਾਂ ਦੀ ਉਹ ਸੇਵਾ ਕੀਤੀ ਤੇ ਭਾਈ ਗੁਰਦਾਸ ਜੀ ਨੇ ਬਾਣੀ ਚ ਫਿਰ ਉਹ ਲਿਖਿਆ ਵੀ ਆਪੇ ਹੋਗਾ ਸਰਵਣ ਵਿਰਲਾ ਕੋਈ, ਕਿ ਸਰਵਣ ਵਰਗਾ ਪੁੱਤਰ ਕੋਈ ਵਿਰਲਾ ਹੁੰਦਾ ਆ। ਤੇ ਇਸ ਕਰਕੇ ਮਾਂ ਬਾਪ ਨੂੰ ਕਿ ਉਹਨਾਂ ਦਾ ਹਿਰਦਾ ਨਹੀਂ ਦਿਖਾਉਣਾ ਚਾਹੀਦਾ। ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੁੰਦਾ ਤੇ ਉਹ ਬੁਢੇਪੇ ਵਿੱਚ ਆ ਕੇ ਲਾਚਾਰ ਹੋ ਜਾਂਦੇ, ਉਹਨਾਂ ਦੇ ਬਹੁਤਾ ਕੁਝ ਆਪਣੇ ਵੱਸ ਚ ਹੁੰਦਾ ਨਹੀਂ। ਤੇ ਇਹੋ ਹੀ ਵੱਡਾ ਸਭ ਤੋਂ ਮਾਂ ਬਾਪ ਦੀ ਸੇਵਾ ਸਮਝ ਲੈਣੀ ਚਾਹੀਦੀ ਕਿ ਉਹਨਾਂ ਨੂੰ ਤਕਲੀਫ ਨਾ ਪਹੁੰਚਾਈ ਜਾਏ, ਨਾ ਕਿਸੇ ਬਚਨ ਕਰਕੇ, ਨਾ ਕਰਮ ਤੇ ਨਾ ਮਨ ਕਰਕੇ। ਬਿਲਕੁਲ ਠੀਕ ਹੈ, ਬਹੁਤ ਦਰੁਸਤ ਗੱਲ ਹੈ। ਪਰ ਦੇਖਿਆ ਜਾਵੇ ਅੱਜ ਕੱਲ ਦੇ ਦਿਨਾਂ ਦੇ ਵਿੱਚ ਲੋਕ ਜਿਹੜੇ ਨੇ ਉਤੋਂ ਬਥੇਰਾ ਕਰੀ ਜਾਂਦੇ ਨੇ, ਪਰ ਜਦੋਂ ਹੁੰਦਾ ਹੈਗਾ ਐਕਚੁਅਲੀ ਸੇਵਾ ਕਰਨ ਦਾ ਮੌਕਾ ਆਪਣੇ ਬਜ਼ੁਰਗਾਂ ਦੀ ਤੇ ਉਸ ਤੋਂ ਕੰਨੀ ਕਤਰਾਉਂਦੇ ਆ, ਜਾਂ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ, ਜਾਂ ਹੋਰ ਇਹੋ ਜਿਹੀਆਂ ਗੱਲਾਂ ਸੁਣੀਆਂ ਮੈਂ। ਬਹੁਤ ਦੁਖੀ ਕਰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਗੱਲਾਂ ਠੀਕ ਨੇ ਪੰਜਾਬ ਵਗੈਰਾ ਦੇ ਵਿੱਚ ਜਾਂ ਹੋਰ ਹੋ ਰਹੀਆਂ? ਬਹੁਤ ਕੁਝ ਆਪਣੀਆਂ ਅੱਖਾਂ ਦੇ ਸਾਹਮਣੇ ਵੀ ਦੇਖਿਆ ਆ ਜੀ। ਆਪਣੇ ਪਿਤਾ ਨੂੰ ਜਦੋਂ ਏਦਾਂ ਬੁਲਾਉਂਦੇ ਵੀ ਵੇਖਿਆ, ਬੁੱਢਿਆ ਚੁੱਪ ਕਰਕੇ ਬੈਠਾ ਰਹੋ, ਸਾਨੂੰ ਪਤਾ ਆ ਕੀ ਕਰਨਾ ਆ। ਕੋਈ ਸਲਾਹ ਵੀ ਕੋਈ ਦੇਣ ਲੱਗੇ ਬਜ਼ੁਰਗਾਂ ਨੂੰ, ਇਹ ਕਦੀ ਨਹੀਂ ਲੱਗਦਾ ਕਿ ਅਸੀਂ ਹੁਣ ਵੀ ਕਿਸੇ ਕੰਮ ਦੇ ਵਿੱਚ ਹਿੱਸਾ ਲੈਣ ਵਾਲੇ ਨਹੀਂ, ਤੇ ਉਹਨਾਂ ਨੇ ਕੋਈ ਚੰਗੀ ਸਲਾਹ ਦੇਣੀ ਹੁੰਦੀ ਆ ਆਪਣੇ ਜੀਵਨ ਦੇ ਤਜਰਬੇ ਚੋਂ। ਤੇ ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਖਾਸ ਕਰਕੇ ਉਹਨਾਂ ਦੀ ਬੋਲਚਾਲ ਜਿਹੜੀ ਆਪਣੇ ਬਜ਼ੁਰਗਾਂ ਪ੍ਰਤੀ ਬੜੀ ਭੈੜੀ ਹੋ ਜਾਂਦੀ ਆ। ਤੇ ਇਹ ਫਿਰ ਕੋਈ ਇਹਦੇ ਤੋਂ ਵੱਡਾ ਮੇਰੇ ਖਿਆਲ ਦੇ ਵਿੱਚ ਪਾਪ ਕੋਈ ਨਹੀਂ ਗਾ, ਇਹ ਅਕ੍ਰਿਤ ਘਣਤਾ ਆ। ਤੇ ਇਹਦਾ ਫਿਰ ਸਾਨੂੰ ਹੁਣ ਇਹਨਾਂ ਲਈ ਕੀ ਕਰਨਾ ਚਾਹੀਦਾ? ਇਸ ਆਪਣੇ ਸਮਾਜਿਕ ਕੁਰੀਤੀਆਂ ਨੂੰ, ਇਹੋ ਜਿਹੀਆਂ ਜਿਹੜੀਆਂ ਪੈਦਾ ਹੋ ਰਹੀਆਂ ਨੇ, ਉਹਨਾਂ ਨੂੰ ਕਿਵੇਂ ਰੋਕਣਾ ਚਾਹੀਦਾ? ਕਿਵੇਂ ਉਹਨਾਂ ਤੋਂ ਅਸੀਂ ਛੁਟਕਾਰਾ ਪਾਈਏ? ਮੁੜ ਕੇ ਕਿਸ ਤਰ੍ਹਾਂ ਅਸੀਂ ਵਫਾਦਾਰ ਪੁੱਤਰ ਪੁੱਤਰੀਆਂ ਬਣੀਏ, ਨਾ ਕਿ ਲਾਲਚ ਫਸ ਕੇ ਪੁੱਠੇ ਕੰਮਾਂ 'ਚ ਪੈ ਜਾਈਏ। ਹਾਂਜੀ ਡਾਕਟਰ ਸਾਹਿਬ, ਮੈਂ ਇਹ ਸਮਝਦਾ ਆ ਕਿ ਇਹ ਨਾ, ਹਾਲਾਂਕਿ ਅੱਜ ਕੱਲ ਕਾਨੂੰਨ ਵੀ ਬਣਾ ਦਿੱਤੇ ਆ ਕਿ ਮਾਂ ਬਾਪ ਦਿੱਤੀ ਹੋਈ ਜ਼ਮੀਨ ਜਿਹੜੀ ਆ ਉਹ ਮੁੜ ਵਾਪਸ ਵੀ ਲੈ ਸਕਦੇ ਬੱਚਿਆਂ ਕੋਲ, ਪਰ ਮਾਂ ਬਾਪ ਜਿਹੜੇ ਨਾ ਉਹ ਕਹਿੰਦੇ ਕਿ ਪੁੱਤਰ ਭਾਵੇਂ ਕਪੁੱਤਰ ਹੋ ਜਾਣ ਪਰ ਮਾਪੇ ਕੋ ਮਾਪੇ ਨਹੀਂ ਹੁੰਦੇ। ਇਹ 99% ਤੋਂ ਵੀ ਵੱਧ ਗੱਲ ਜਿਹੜੀ ਆ ਇਹ ਟੁੱਕਦੀ ਆ, ਸੱਚਾਈ ਆ ਕਿ ਮਾਂ ਬਾਪ ਮਰਦੇ ਹੋਏ ਵੀ ਜਿਹੜੇ ਆ ਬੱਚਿਆਂ ਦਾ ਭਲਾ ਸੋਚਦੇ ਨੇ। ਤੇ ਇਹਦੇ ਵਾਸਤੇ ਤੇ ਬੰਦੇ ਦੀ ਸਮਝ ਆ। ਤੇ ਆ ਜਿੱਦਾਂ ਹੁਣ ਆਪਾਂ ਵਿਚਾਰ ਕਰ ਰਹੇ ਆ, ਜਿਹੜਾ ਕੋਈ ਸੁਣੂਗਾ ਕੁਝ ਨਾ ਕੁਝ ਤੇ ਸਮਝੂ। ਇੱਕ ਬੜੀ ਵੱਡੀ ਗੱਲ ਆ, ਬਾਣੀ ਚ ਲਿਖਿਆ ਸ਼ਾਇਦ ਭਾਈ ਗੁਰਦਾਸ ਜੀ ਦਾ, ਦਿੱਤਾ ਲਈਆ ਆਪਣਾ, ਭਾਈ ਗੁਰਦਾਸ ਜੀ ਦੇ ਬਚਨਾਂ, ਵਿਣ ਦਿੱਤੇ ਕਿਛ ਹੱਥ ਨਾ ਆਵੇ। ਇਹ ਵਿਹਾਰ ਆ। ਅੱਜ ਬਚਪਨ ਦੇ ਵਿੱਚ ਸਾਡੇ ਮਾਂ ਬਾਪ ਨੇ ਸਾਡੀ ਸੇਵਾ ਕੀਤੀ, ਮਾਵਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ, ਮਲ ਮੂਤਰ ਸਾਂਭਣਾ, ਉਹਨਾਂ ਦੀ ਹਰ ਤਰ੍ਹਾਂ ਦੀ ਲੋੜ ਜਿਹੜੀ ਆ ਜਦੋਂ ਬੱਚਾ ਬੋਲ ਕੇ ਵੀ ਨਹੀਂ ਦੱਸ ਸਕਦਾ ਪੂਰੀ ਕਰਦੇ ਨੇ। ਜਦੋਂ ਬਜ਼ੁਰਗ ਹੋ ਜਾਂਦੇ ਨੇ ਤਾਂ ਉਹ ਬੱਚਿਆਂ ਵਰਗੇ ਹੀ ਹੋ ਜਾਂਦੇ ਆ, ਉਹਨਾਂ ਦੇ ਮੂੰਹ 'ਚ ਵੀ ਦੰਦ ਨਹੀਂ ਹੁੰਦੇ, ਤੁਰਨ ਫਿਰਨ ਜੋਗੇ ਵੀ ਕਈ ਵਾਰ ਨਹੀਂ ਰਹਿੰਦੇ। ਜ਼ਿਆਦਾ ਬੁਢੇਪੇ 'ਚ ਬਹੁਤ ਸਾਰੇ ਬਜ਼ੁਰਗ ਜਿਹੜੇ ਨੇ ਉਹਨਾਂ ਦਾ ਮਲ ਮੂਤਰ ਵੀ ਜਿਹੜਾ ਆ ਉਹ ਵੀ ਸਾਂਭਣ ਦੀ ਲੋੜ ਪੈਂਦੀ ਆ।
Yes. ਤੇ ਉਦੋਂ ਉਹਨਾਂ ਦੇ ਨਾਲ ਉਸੇ ਤਰ੍ਹਾਂ ਦਾ ਹੀ ਵਿਹਾਰ ਕਰਨਾ ਚਾਹੀਦਾ ਵਾ ਜਿਸ ਤਰ੍ਹਾਂ ਦਾ ਉਹਨਾਂ ਨੇ ਸਾਡੇ ਨਾਲ ਬਚਪਨ ਚ ਕੀਤਾ। ਜੇ ਨਹੀਂ ਤੇ ਇੱਕ ਬੜਾ ਸਮਝ ਸਕਦਾ ਆਮ ਬੰਦਾ ਵੀ ਕਿ ਜਿਹੋ ਜਿਹਾ ਵਿਹਾਰ ਅਸੀਂ ਆਪਣੇ ਮਾਂ-ਬਾਪ ਨਾਲ ਕਰਾਂਗੇ ਉਹੋ ਜਿਹਾ ਸਾਡੇ ਨਾਲ ਸਾਡੇ ਬੱਚੇ ਕਰਨਗੇ। That is true, very true. ਇੱਕ ਹਾਂ, ਕਹਾਣੀ ਹੁੰਦੀ ਹੈ ਨਾ ਇੱਕ ਪਾਸੇ ਕਿ ਵੀ ਇੱਕ ਹਾਂਜੀ, ਆਦਮੀ ਸੀਗਾ, ਉਹਦੀ ਵਾਈਫ ਕਹਿੰਦੀ ਰਹਿੰਦੀ ਸੀਗੀ ਮੇਰਾ ਖਹਿੜਾ ਛੁਡਵਾ, ਤੇਰਾ ਪਿਓ ਖੰਘੀ ਜਾਂਦਾ ਤੇ ਨੀਂਦ ਨਹੀਂ ਆਉਂਦੀ। ਤੇ ਹਾਂਜੀ, ਤੇ ਫਿਰ ਇੱਕ ਵਾਰੀ ਉਦੋਂ ਸੁਣ ਸੁਣ ਕੇ ਅਖੀਰ ਤੇ ਕਹਿੰਦੇ ਆਪਦੇ ਪਿਓ ਨੂੰ ਲੈ ਗਿਆ ਵੀ ਦਰਿਆ 'ਚ ਡੋਬਣਾ ਮੈਂ, ਹਾਂਜੀ। ਤੇ ਹਾਂਜੀ, ਉੱਥੇ ਪਹੁੰਚਿਆ ਤੇ ਆਪਣੇ ਪਿਓ ਨੂੰ ਲੈ ਕੇ, ਤੇ ਪਿਓ ਕਹਿੰਦਾ ਗੱਲ ਸੁਣ ਜਰਾ ਤੂੰ ਅੱਗੇ ਨੂੰ ਜਾ ਕੇ ਲੱਭ ਜਗ੍ਹਾ ਤੂੰ। ਕਹਿੰਦਾ ਉਹ ਕਿਉਂ? ਕਹਿੰਦਾ ਭਈ ਮੈਂ ਆਪਦੇ ਪਿਓ ਨੂੰ ਇੱਥੇ ਡੋਬਿਆ ਸੀਗਾ, ਹੈਨੀ। ਹਾਂਜੀ, ਹਾਂਜੀ, ਤੇ ਹਾਂਜੀ, ਉਹਦੇ ਹਾਂਜੀ, ਕੰਨ ਖੁੱਲ ਜਾਂਦੇ ਆ। ਕਹਿੰਦਾ ਕੱਲ ਨੂੰ ਮੈਂ ਅੱਜ ਆਪਣੇ ਪਿਓ ਨੂੰ ਡੋਬ ਰਿਹਾ, ਕੱਲ ਨੂੰ ਮੇਰੇ ਬੱਚੇ ਮੈਨੂੰ ਡੋਬਣਗੇ, ਹੋ ਜੀ, ਸਕਦਾ। ਜੀ, ਤੇ ਕਹਿੰਦਾ ਹਾਂਜੀ, ਵੀ ਮੈਂ ਤਾਂ ਕੰਨ ਖੁੱਲ ਗਏ ਬਈ ਉਹਨਾਂ ਦੀ ਇੱਜ਼ਤ ਮਾਣ ਕਰਨਾ ਚਾਹੀਦਾ, ਨਾ ਕਿ ਇਸ ਤਰ੍ਹਾਂ ਦੇ ਪੁੱਠੇ ਵਿਚਾਰ ਕਰਨੇ ਚਾਹੀਦੇ ਨੇ। ਜੀ। ਸੋ ਇਸ ਤਰ੍ਹਾਂ ਡਾਕਟਰ ਸਾਹਿਬ, ਹਾਂਜੀ, ਹਾਂਜੀ, ਕਹਾਣੀਆਂ ਬੜੀਆਂ ਅਨੇਕ ਨੇ ਜੀ, ਜਿੱਥੇ ਹਾਂਜੀ, ਜਿਹੜੇ ਬੱਚਿਆਂ ਨੇ ਬਹੁਤ ਮੰਨ ਲਓ ਆਪਣੇ ਮਾਂ ਪਿਓ ਦੀ, ਜਿਵੇਂ ਦਸ਼ਰਥ ਦੀ ਰਾਮਚੰਦਰ ਜੀ ਨੇ ਮੰਨ ਕੇ 14 ਸਾਲ ਦਾ ਵਣਵਾਸ ਕੱਟਣ ਦੇ ਲਈ ਚਲੇ ਗਏ, ਹਾਂਜੀ। ਹਾਂਜੀ, ਜੀ, ਜੀ, ਤੇ ਇਸੇ ਤਰ੍ਹਾਂ ਹੋਰ ਬੜੇ ਅਨੇਕਾਂ ਸਾਡੇ ਜਿਹੜੀ ਸਾਡੇ ਪਿਛੋਕੜ ਆ ਉਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ, ਹਾਂਜੀ। ਹਾਂਜੀ, ਜੀ। ਮੇਰੇ ਨਾ ਇੱਕ ਮਿੱਤਰ ਨੇ ਜੀ, ਉਹ ਅਜੇ ਚੰਗੇ ਮੇਰੇ ਨਾਲ ਸ਼ਾਇਦ ਛੋਟੇ ਹੀ ਹੋਣੇ ਆ, ਵੀ ਵਧੀਆ ਉਹਨਾਂ ਦੀ ਸਿਹਤ ਆ। ਤੇ ਉਹਨਾਂ ਨੇ ਮੈਨੂੰ ਕਿਹਾ ਵੀ ਬਿਰਧ ਆਸ਼ਰਮ ਖੋਲੋ ਵਿਦਿਆਲੇ ਨੂੰ, ਉਹ ਛੱਡੋ ਪਰੇ। ਹਾਂਜੀ। ਤੇ ਉਹਨਾਂ ਨੇ ਮੈਂ ਕਿਹਾ ਵੀ ਠੀਕ ਆ, ਕੋਈ ਗੱਲ ਨਹੀਂ। ਤੇ ਉਹਨਾਂ ਨੇ ਆਪਣੀ ਗੱਲ ਦੱਸੀ, ਉਹ ਕਿਤੇ ਉਹਨਾਂ ਦੇ ਬੱਚੇ ਬਾਹਰ ਆ ਤੇ ਉਹ ਗਏ ਹੋਣੇ ਆ ਉਹਨਾਂ ਕੋਲ। ਤੇ ਕਹਿੰਦੇ ਵੀ ਇੱਕ ਦਿਨ ਮੈਂ ਕੇਸਵਾ, ਤੇ ਅਕਸਰ ਸਾਡੇ ਕੇਸਵਾ ਸਾਰਿਆਂ ਦੇ ਦਾੜੀਆਂ ਵੀ ਆ, ਕੇਸ ਵੀ ਆ, ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਆ। ਤੇ ਜਦੋਂ ਸਿਰ ਵਾਹੀਦਾ ਆ ਤੇ ਫਿਰ ਕੋਈ ਨਾ ਕੋਈ ਕੇਸ ਥੱਲੇ ਡਿੱਗ ਹੀ ਜਾਂਦਾ ਵਾ, ਉਹਨਾਂ ਨੂੰ ਮੁੜ ਕੇ ਚੁੱਕ ਲਈਦਾ। Yeah. ਕਹਿੰਦੇ ਵੀ ਮੇਰੀ ਨੂੰਹ ਮੈਨੂੰ ਕਹਿੰਦੀ ਵੀ ਬਾਪੂ ਜੀ ਤੁਸੀਂ ਬੜਾ ਗੰਦ ਪਾਉਂਦੇ ਹੋ, ਆ ਥੱਲੇ ਕੇਸ ਪਏ ਹੁੰਦੇ ਆ। ਹਮ। ਤੇ ਉਹ ਸਮਝਣ ਵਾਲਾ ਬੰਦਾ ਸਮਝ ਜਾਂਦਾ ਵੀ ਅੱਜ ਤੇ ਅਜੇ ਮੈਂ ਕਮਾਈ ਕਰਦਾ ਆ ਤੇ ਫਿਰ ਵੀ ਮੈਨੂੰ ਇਹ ਮਿਹਣਾ ਵੱਜਿਆ ਤੇ ਕੱਲ ਨੂੰ ਕੀ ਹੋਊਗਾ। ਕਹਿੰਦੇ ਵੀ ਮੈਂ ਉਹਨੂੰ ਕਿਹਾ ਵੀ ਪੁੱਤਰ ਤੇਰੇ ਕਰਕੇ ਮੈਂ ਹੁਣ ਕੇਸ ਤੇ ਘਟਾਉਣ ਨਹੀਂ ਲੱਗਾ। ਤੇ ਉਹ ਫਿਰ ਮੈਨੂੰ ਕਹਿੰਦੇ ਵੀ ਕੋਈ ਇਹੋ ਜਿਹਾ ਹੋਵੇ ਵੀ ਮਾਂ ਬਾਪ ਦੀ, ਬਜ਼ੁਰਗਾਂ ਦੀ ਬੜੀ ਦੁਰਦਸ਼ਾ ਆ। ਬਹੁਤ ਸਾਰੇ ਲੋਕੀਆਂ ਪਿੱਛੇ ਜੇ ਹੁਸ਼ਿਆਰਪੁਰ ਇੱਕ ਬਜ਼ੁਰਗ ਮਾਂ ਨੂੰ ਜਿਹਦੇ ਕਈ ਪੁੱਤਰ ਸੀਗੇ ਤੇ ਘਰੋਂ ਕੱਢ ਦਿੱਤਾ ਤੇ ਸੜਕ ਤੇ ਉਹ ਵਿਚਾਰੀ ਰਹਿ ਰਹੀ ਸੀਗੀ। ਬਥੇਰੀਆਂ ਉਦਾਹਰਨਾਂ। ਤੇ ਇਹਦੇ ਤੋਂ ਵੱਡਾ ਅਪਰਾਧ ਤੇ ਪਾਪ ਮੇਰੇ ਖਿਆਲ ਚ ਕੋਈ ਨਹੀਂ ਆ। ਬੰਦੇ ਨੂੰ ਭੁੱਲ ਜਾਂਦਾ ਕਿ ਕੱਲ ਨੂੰ ਮੇਰੀ ਹਾਲਤ ਵੀ ਇਹ ਹੋਣੀ ਆ। Yeah. ਬਾਬਾ ਫਰੀਦ ਜੀ ਨੇ ਸਮਝਾਇਆ ਕਿ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ। ਰਾਈਟ। ਤੇ ਗਿਆਨੀ ਜੀ ਇੱਕ ਆਪਣੇ ਜਿਵੇਂ ਚੀਫ ਖਾਲਸਾ ਦੀਵਾਨ ਵਗੈਰਾ ਵਰਗੀਆਂ ਆਰਗੇਨਾਈਜੇਸ਼ਨ, ਉਹਨਾਂ ਨੇ ਵਿਦ ਹਾਂਜੀ, ਘਰ ਵਗੈਰਾ ਅੰਮ੍ਰਿਤਸਰ ਬਣਵਾਏ ਸੀਗੇ, ਉਹ ਕਾਮਯਾਬ ਨੇ? ਮੈਂ ਇੱਕ ਤੇ ਭਾਈ ਵੀਰ ਸਿੰਘ ਹੋਰਾਂ ਨੇ ਯਤੀਮਖਾਨਾ ਸ਼ੁਰੂ ਕੀਤਾ ਸੀਗਾ ਤੇ ਉੱਥੋਂ ਬੜੇ ਪਿਆਰੇ, ਬੜੇ ਵਧੀਆ ਵਧੀਆ ਰਾਗੀ ਭਾਈ ਸੁਰਜਨ ਸਿੰਘ, ਭਾਈ ਗੋਪਾਲ ਸਿੰਘ ਜੀ ਵਰਗੇ ਵੀ ਉੱਥੋਂ ਸਿੱਖੇ ਸੀਗੇ। ਉਹ ਤੇ ਚੱਲਦਾ ਸੀਗਾ। ਤੇ ਬਿਰਧ ਆਸ਼ਰਮ ਦੇ ਬਾਰੇ ਕਿਉਂਕਿ ਹੁਣ ਬਹੁਤ ਸਾਲ ਹੋ ਗਏ ਨੇ ਬਾਹਰ ਹੀ ਤੁਰੇ ਫਿਰਦੇ ਆ ਤੇ ਜਾਣਕਾਰੀ ਨਹੀਂ ਆ ਕਿ ਉਹ ਬਿਰਧ ਆਸ਼ਰਮ ਚੱਲਦਾ ਹੈ ਕਿ ਨਹੀਂ ਚੱਲਦਾ। ਹਾਂਜੀ, ਹੁਣ ਜਿਵੇਂ ਸਾਡੀ ਪਾਪੂਲੇਸ਼ਨ ਇੱਧਰ ਵੱਧ ਰਹੀ ਹੈ, ਬਹੁਤ ਹਾਂਜੀ, ਮਤਲਬ ਹੈਗੇ ਬਜ਼ੁਰਗ ਵੀ ਹੋ ਰਹੇ ਨੇ ਦਿਨ ਦਿਨ ਲੋਕ। ਜੀ, ਘਰਾਂ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਇਹ ਔਖ ਸੌਖ ਹੋ ਜਾਂਦੀ ਹੈ, ਜਿਵੇਂ ਤੁਸੀਂ ਦੱਸਿਆ ਆਪਦੇ ਨੋਹਾਂ ਵਗੈਰਾ ਦੇ ਨਾਲ। ਹਾਂਜੀ, ਤੇ ਕੀ ਸਾਨੂੰ ਕਰਨਾ ਚਾਹੀਦਾ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਹੋਏ? ਸਾਨੂੰ ਫਿਰ ਜਿਹੜੇ ਨੇ ਬਿਰਧਘਰ, ਉਹਨਾਂ ਦੇ ਵਿੱਚ ਨਾਲ ਕੋਈ ਕਰਨਾ ਚਾਹੀਦਾ ਐਗਰੀਮੈਂਟ, ਜਾਂ ਕੋਈ ਹੋਰ ਸੋਚਣਾ ਚਾਹੀਦਾ ਵਿਚਾਰ, ਜਾਂ ਸਾਡੇ ਗੁਰਦੁਆਰਿਆਂ ਦੇ ਨਾਲ ਜਗ੍ਹਾ ਬਣੀ ਹੋਵੇ ਜਿੱਥੇ ਕਿ ਬਈ ਇਹ ਲੋਕਾਂ ਦਾ ਭਲਾ ਹੋ ਸਕੇ?
ਹਾਂਜੀ। ਡਾਕਟਰ ਸਾਹਿਬ, ਜਿਹੜਾ ਹੈਗਾ ਇੱਥੇ, ਕਿਉਂਕਿ ਏਜਡ ਕੇਅਰ ਹੈਗੇ ਨੇ ਤੇ ਓਲਡ ਏਜ ਹੋਮ ਵੀ ਹੈਗੇ ਨੇ, ਪਰ ਉਹਨਾਂ ਦੇ ਵਿੱਚ ਮੈਨੂੰ ਪੱਕਾ ਨਹੀਂ ਪਤਾ, ਮੇਰੇ ਖਿਆਲ 'ਚ ਕੁਝ ਨਾ ਕੁਝ ਪੈਸੇ ਦੇਣੇ ਪੈਂਦੇ ਆ। ਹਾਂਜੀ ਉਹ ਤਾਂ ਹੈ। ਹਾਂਜੀ ਪਰ ਆਮ ਤੌਰ ਤੇ ਜੇ ਬੰਦੇ ਕੋ ਆਪ ਨਹੀਂ ਹੁੰਦੇ ਗਵਰਨਮੈਂਟ ਮਦਦ ਕਰ ਦਿੰਦੀ ਆ ਉਹਦੇ ਵਿੱਚ। ਉਹ ਵੀ ਤਾਂ ਹਾਂਜੀ ਜਿਹੜੇ ਹੈਗੇ ਨੇ ਬਜ਼ੁਰਗ ਬੰਦੇ, ਉਹਨਾਂ ਦੀਆਂ ਪੈਨਸ਼ਨਸ ਹੁੰਦੀਆਂ ਨੇ, ਉਹ ਤਾਂ ਹਾਂਜੀ ਦਵਾ ਦਵ ਲੈ ਲੈਂਦੇ ਆ ਮੁੰਡੇ ਕੁੜੀਆਂ, ਨਾਲੇ ਕਹਿੰਦੇ ਆ ਹਾਂਜੀ ਵੀ ਤੁਸੀਂ ਸਾਡੇ ਜਿਹੜੇ ਬੱਚੇ ਆ ਉਹਨਾਂ ਦੀ ਲੋਕ ਆਫਟਰ ਕਰੋ, ਬੇਬੀ ਸਿਟਿੰਗ ਵਗੈਰਾ ਕਰੋ, ਪਰ ਜਦੋਂ ਉਹਨਾਂ ਦੀਆਂ ਹਾਂਜੀ। ਲੋੜਾਂ ਹੁੰਦੀਆਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ। ਤੇ ਮੇਰੇ ਖਿਆਲ ਦੇ ਵਿੱਚ ਸਾਡੇ ਜਿੱਥੇ ਗੁਰਦੁਆਰੇ ਬਣਾਏ ਜਾਂਦੇ ਆ, ਕਿਉਂਕਿ ਸਾਡੀ ਕੌਮ ਨੂੰ ਵਾਹਿਗੁਰੂ ਜੀ ਨੇ ਇੱਕ ਬੜੀ ਵੱਡੀ ਗੁਰੂ ਸਾਹਿਬਾਂ ਦੀ ਬਖਸ਼ਿਸ਼ ਸਮਝ ਲਓ ਵੀ ਮਿਹਨਤੀ ਕੌਮ ਆ, ਤੇ ਇਹਨਾਂ ਕੋਲ ਪੈਸੇ ਦੀ ਵੀ ਕੋਈ ਬਹੁਤੀ ਘਾਟ ਨਹੀਂ। ਬਾਹਰਲੇ ਦੇਸ਼ਾਂ 'ਚ ਤੇ ਬਿਲਕੁਲ ਹੀ ਨਹੀਂ। ਜੇ ਬੰਦਾ ਨਸ਼ਿਆਂ ਤੋਂ ਬਚਿਆ ਆ ਤੇ ਪੱਬਾਂ ਕਲੱਬਾਂ ਤੋਂ ਬਚਿਆ ਆ ਤੇ ਉਹਦੇ ਕੋਲ ਪੈਸੇ ਜਿਹੜੇ ਨੇ ਉਹ ਘਾਟ ਨਹੀਂ ਹੁੰਦੀ। ਤੇ ਕੌਮੀ ਪੱਧਰ ਤੇ ਜਿਹੋ ਜਿਹੇ ਉਦਮ ਕੀਤੇ ਜਾਣ ਕਿ ਗੁਰਦੁਆਰਿਆਂ ਦੇ ਨਾਲ ਇਹੋ ਜਿਹੇ ਉਹ ਬਜ਼ੁਰਗਾਂ ਵਾਸਤੇ ਥਾਂ ਖੋਲੇ ਜਾਣ, ਕਿਉਂਕਿ ਸਾਡੀ ਇੱਕ ਦਿੱਕਤ ਹੁੰਦੀ ਆ ਕਿ ਹਰ ਬੰਦੇ ਦੀ ਆਪਣੀ ਆਪਣੀ ਲੋੜ ਆ। ਬਜ਼ੁਰਗੀ ਦੇ ਵਿੱਚ ਸਾਨੂੰ ਸਤਸੰਗ ਵੀ ਚਾਹੀਦਾ ਆ, ਜਿਹੜਾ ਕਿ ਦੂਸਰਿਆਂ ਥਾਵਾਂ ਤੇ ਨਹੀਂ ਮਿਲਣਾ। ਗੁਰਦੁਆਰੇ ਦੇ ਵਿੱਚ ਸਹਿਜ ਸੁਭਾਅ ਹੀ ਮਿਲ ਸਕਦਾ ਆ। ਤੇ ਫਿਰ ਸੰਗਤ ਦੇ ਵਿੱਚ ਇਹੋ ਜਿਹੇ ਵੀ ਕਈ ਗੁਰਮੁਖ ਪਿਆਰੇ ਹੁੰਦੇ ਆ ਜਿਹੜੇ ਉੱਥੇ ਨਿਸ਼ਕਾਮ ਸੇਵਾ ਕਰਨ ਵਾਸਤੇ ਵੀ ਤਿਆਰ ਹੋ ਸਕਦੇ ਆ। ਨਹੀਂ ਤੇ ਰਲ ਮਿਲ ਕੇ ਸੰਗਤ ਵਾਸਤੇ ਕੁਝ ਵੀ ਔਖਾ ਨੀਗਾ ਕਿ ਉਹਨਾਂ ਦੀ ਸੇਵਾ ਵਾਸਤੇ ਜਿਹੜੇ ਆ ਸੇਵਾਦਾਰ ਰੱਖੇ ਜਾਣ। ਤੇ ਆਪਣੀ ਕੌਮ ਦੇ ਵਿੱਚ ਕਿੰਨੇ ਡਾਕਟਰ ਨਰਸਾਂ ਅੱਜ ਕੱਲ੍ਹ ਹੈਗੇ ਨੇ ਜਿਹੜੇ ਉਹਨਾਂ ਨੂੰ ਦੇਖਭਾਲ ਕਰ ਸਕਦੇ ਆ। ਇਸ ਪਾਸੇ ਜ਼ਰੂਰ ਉਦਮ ਕਰਨਾ ਚਾਹੀਦਾ। ਥੈਂਕ ਯੂ। ਨਾਲੇ ਦੇਖੋ ਅਸੀਂ ਫਾਦਰਸ ਡੇ ਮਨਾ ਰਹੇ ਹਾਂ, ਇਹ ਜਿਹੜੀਆਂ ਹਾਂਜੀ ਚੀਜ਼ਾਂ ਨੇ ਇਹਨਾਂ ਤੇ ਸਿਰਫ ਐਵੇਂ ਅੱਖਾਂ 'ਚ ਧੂੜ ਪਾਉਣ ਵਾਲੀ ਗੱਲ ਹੀ ਨਹੀਂ ਹੋਣੀ ਚਾਹੀਦੀ। ਇਹਨਾਂ ਤੇ ਸਗੋਂ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਦੇਖਭਾਲ ਦਾ ਵਿਚਾਰ ਕਰਨ ਦੀ ਲੋੜ ਹੈ ਇਹਨਾਂ ਚੀਜ਼ਾਂ ਨੂੰ, ਤਾਂ ਕਿ ਅਸੀਂ ਰਲ ਮਿਲ ਕੇ ਕਿਵੇਂ ਉਹਨਾਂ ਦਾ ਜੀਵਨ ਸੁਖੇਰਾ ਕਰ ਸਕੀਏ। ਤੇ ਬਿਲਕੁਲ। ਉਹ ਤਾਂ ਹੋਏਗਾ ਸਹੀ ਮਾਇਨਿਆਂ ਦੇ ਵਿੱਚ ਫਾਦਰਸ ਡੇ ਮਨਾਉਣਾ, ਉਹ ਤਾਂ ਹੋਏਗਾ ਸਹੀ ਮਾਇਨਿਆਂ ਦੇ ਵਿੱਚ ਉਹਨਾਂ ਨੂੰ ਟ੍ਰਿਬਿਊਟ ਦੇਣੀ, ਉਹਨਾਂ ਨੂੰ ਉਹਨਾਂ ਨੂੰ ਯਾਦ ਕਰਨਾ। ਜਿਹੜਾ ਹੈਗਾ ਐਵੇਂ ਘੜੀ ਦੀ ਘੜੀ 2 ਮਿੰਟ 2 ਘੰਟੇ ਕਰ ਲਿਆ ਖਾਣ ਪੀਣ ਦਾ ਸਿਲਸਿਲਾ, ਉਹ ਤਾਂ ਐਵੇਂ ਅੱਖਾਂ ਚੁੰਮਣ ਵਾਲੀ ਗੱਲ ਹੀ ਹੈ। ਹਾਂਜੀ ਇਹ ਤੇ ਗੁੰਮਰਾਹ ਹੋਣ ਵਾਲੀ ਗੱਲ ਆ ਜੀ। ਹਾਂਜੀ ਹਾਂਜੀ। ਤੇ ਵੈਸੇ ਉਹ ਜਿੱਥੇ ਕਿਤੇ ਵੀ ਰਹਿੰਦੇ ਨੇ ਬਜ਼ੁਰਗ ਨਾਲ, ਹਾਂਜੀ ਜੇ ਫਿਰ ਤੁਹਾਡੇ ਆਪਣੇ ਦੇ ਗ੍ਰੈਂਡ ਚਿਲਡਰਨ, ਉਹ ਤੁਹਾਡੇ ਤੋਂ ਕੁਝ ਨਾ ਕੁਝ ਸਿੱਖਦੇ ਨੇ, ਤੁਸੀਂ ਉਹਨਾਂ ਨੂੰ ਸਿਖਾਉਂਦੇ ਆ। ਇਸੇ ਤਰ੍ਹਾਂ ਹੋਰਨਾਂ ਥਾਵਾਂ ਦੇ ਵੀ ਜਿਵੇਂ ਬਜ਼ੁਰਗ ਜਿਹੜੇ ਨੇੜੇ ਰਹਿੰਦੇ ਨੇ ਪਰਿਵਾਰਾਂ ਦੇ ਵਿੱਚ, ਉਹ ਜਿਹੜੇ ਆਪਣੇ ਗ੍ਰੈਂਡ ਚਿਲਡਰਨ ਆ, ਗ੍ਰੈਂਡ ਡਾਟਰਸ ਆ, ਉਹਨਾਂ ਨੂੰ ਬੜਾ ਕੁਝ ਸਿਖਾਉਂਦੇ ਨੇ। ਮੈਂ ਨਾ ਜੀ ਬਹੁਤ ਪੁਰਾਣੀ ਗੱਲ ਵਾ, ਇੱਕ ਡਾਕਟਰ ਦਲੀਪ ਕੌਰ ਟਵਾਣਾ ਦਾ ਅਖਬਾਰ ਦੇ ਵਿੱਚ ਲੇਖ ਛਪਿਆ ਸੀਗਾ, ਉਹ ਮੈਂ ਸਾਂਭ ਕੇ ਰੱਖਿਆ ਅਜੇ ਵੀ ਮੇਰੇ ਪੁਰਾਣੇ ਕਾਗਜ਼ਾਂ 'ਚ ਕਿਤੇ ਪਿਆ ਹੋਣਾ। ਉਹਦਾ ਹੈਡਿੰਗ ਸੀਗਾ 3 ਰੰਗ ਨਹੀਂ ਲੱਭਣੇ, ਤੇ ਉਹਦੇ 'ਚ ਦੱਸਿਆ ਸੀ ਵੀ 3 ਰੰਗ ਉਹ ਆਪਾਂ ਸਾਰੇ ਜਾਣਦੇ, 3 ਰੰਗ ਨਹੀਂ ਲੱਭਣੇ। ਹੁਸਨ, ਜਵਾਨੀ ਮਾਪੇ, ਹੁਸਨ ਜਵਾਨੀ ਮਾਪੇ। ਹਾਂਜੀ ਵੀ ਨਾ ਜਵਾਨੀ ਲੱਭਦੀ ਆ ਮੁੜ ਕੇ, ਨਾ ਸੁੰਦਰਤਾ ਰਹਿੰਦੀ ਆ, ਨਾ ਮਾਂ ਬਾਪ ਜੇ ਇੱਕ ਵਾਰੀ ਚਲੇ ਜਾਣ। ਤੇ ਉਹਨਾਂ ਨੇ ਉਹ ਸ਼ੁਰੂ ਇੱਥੋਂ ਕੀਤਾ ਸੀ, ਕਹਿੰਦੇ ਬਾਕੀ 2 ਰੰਗਾਂ ਦੀ ਗੱਲ ਫਿਰ ਕਰਾਂਗੇ, ਅੱਜ ਅਸੀਂ 1 ਰੰਗ ਦੀ ਗੱਲ ਕਰ ਲੈਂਦੇ। ਤੇ ਉਹਨੇ ਮਾਪਿਆਂ ਦੀ ਗੱਲ ਕੀਤੀ ਸੀ। ਹਾਂਜੀ ਤੇ ਉਹਨਾਂ ਨੇ ਉਹਦੇ 'ਚ ਬੜਾ ਪਿਆਰਾ ਲਿਖਿਆ ਸੀ, ਕਹਿੰਦੇ ਵੀ ਮਾਂ ਬਾਪ ਬਜ਼ੁਰਗ ਹੋਏ ਜੇ ਕੁਛ ਵੀ ਨਾ ਕਰਨ ਤੇ ਜਿਹੜੀਆਂ ਉਹਨਾਂ ਦੀਆਂ ਅਸੀਸਾਂ ਆ ਨਾ, ਉਹਨਾਂ ਦੀ ਕੋਈ ਕੀਮਤ ਨਹੀਂ। ਬਿਲਕੁਲ ਸਹੀ ਗੱਲ ਹੈ। ਹਾਂਜੀ ਤੇ ਬਾਕੀ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਅਸੀਂ ਆਪਣੇ ਮਾਂ ਬਾਪ ਕੋਲੋਂ ਉਹਨਾਂ ਨਹੀਂ ਸਿੱਖੇ ਜਿਨ੍ਹਾਂ ਦੇ ਦਾਦਾ ਦਾਦੀ ਚੰਗੀ ਹਾਲਤ 'ਚ ਬਚਪਨ 'ਚ ਰਹੇ, ਜਿੰਨਾ ਉਹਨਾਂ ਕੋਲੋਂ ਪਿਆਰ ਮਿਲਦਾ ਆ ਜੇ ਉਹ ਸਿਖਾ ਦਿੰਦੇ, ਕਿਉਂਕਿ ਇੱਕ ਉਹਨਾਂ ਦਾ ਜ਼ਿੰਦਗੀ ਦਾ ਤਜਰਬਾ ਹੁੰਦਾ
ਮੈਨੂੰ ਅੱਜ ਵੀ ਯਾਦ ਆ ਮੇਰੇ ਦਾਦੀ ਜੀ ਮੈਨੂੰ ਉਂਗਲ ਫੜ ਕੇ ਤੇ ਫੜਾ ਕੇ ਤੇ ਗੁਰਦੁਆਰੇ ਲੈ ਕੇ ਜਾਂਦੇ ਸੀਗੇ। ਸਾਰਿਆਂ ਦੀਆਂ ਦਾਦੇ ਏਦਾਂ ਹੀ ਕਰਦੇ ਰਹੇ ਆ ਤੇ ਪਾਠ ਸੁਣਾਉਣਾ ਸਿਖਾਉਣਾ। ਤੇ ਇਹਨਾਂ ਦੇਸਾਂ 'ਚ ਤੇ ਮਾਂ ਬਾਪ ਦੀ ਬਜ਼ੁਰਗਾਂ ਦੀ ਹੋਰ ਵੀ ਵੱਧ ਕੀਮਤ, ਕਿਉਂਕਿ ਪਤੀ ਪਤਨੀ ਦੋਨੋਂ ਹੀ ਕੰਮ ਕਰਦੇ ਨੇ ਹਾਂਜੀ ਤੇ ਬੱਚੇ ਦਾਦਿਆਂ ਦਾਦੀਆਂ ਕੋਲ ਹੀ ਪਲਦੇ ਨੇ ਤੇ ਉਹ ਜੋ ਕੁਝ ਉਹਨਾਂ ਨੂੰ ਸਿਖਾ ਸਕਦੇ ਉਹਨਾਂ ਨੇ ਕਦੇ ਮਾੜਾ ਨਹੀਂ ਸਿਖਾਉਣਾ। ਤੇ ਇਸ ਕਰਕੇ ਜਿਹੜਾ ਹੈਗਾ ਬੜੀ ਵੱਡੀ ਇਹਨਾਂ ਦੀ ਦੇਣ ਹੁੰਦੀ ਆ ਬਜ਼ੁਰਗਾਂ ਦੀ, ਤੇ ਉਹਨਾਂ ਦਾ ਜਿੰਨਾ ਮਾਣ ਸਤਿਕਾਰ ਪਿਆਰ ਦਿੱਤਾ ਜਾਏ ਓਨਾ ਹੀ ਥੋੜਾ ਆ। ਬਿਲਕੁਲ ਸਹੀ ਗੱਲ ਹੈ ਤੁਹਾਡੀ, ਸਹੀ, ਬਿਲਕੁਲ ਸਹੀ ਗੱਲ ਹੈ ਤੁਹਾਡੀ। ਸੋ ਤੁਸੀਂ ਕੀ ਕੌਮ ਨੂੰ ਸੰਦੇਸ਼ ਦੇਣਾ ਚਾਹੁੰਦੇ ਆ 2-3 ਮਿੰਟ ਦੇ ਵਿੱਚ ਕਿ ਬਈ ਸਾਨੂੰ ਜਿਹੜਾ ਆ ਰਿਹਾ ਸੰਡੇ ਨੂੰ ਫਾਦਰਸ ਡੇ, ਇਹਦੇ ਲਈ ਕੀ ਕਰਨ ਹੋ? ਮੈਂ ਤੇ ਇਹੋ ਹੀ ਬੇਨਤੀ ਕਰੂੰਗਾ ਵੀ ਸਾਨੂੰ ਸਾਰਿਆਂ ਨੂੰ ਇਸ ਦਿਨ ਤੇ ਪ੍ਰਣ ਕਰਨਾ ਚਾਹੀਦਾ ਵੀ ਭਾਈ ਜਿੱਦਾਂ ਇੱਕ ਗੱਲ ਪ੍ਰਚਲਿਤ ਆ ਕਿ ਅੱਗੇ ਸੰਭਲ ਚਲੋ ਨੰਦ ਲਾਲਾ, ਪਿੱਛੇ ਜੋ ਬੀਤੀ ਸੋ ਬੀਤੀ। ਕਿ ਜੇ ਪਿਛਲੇ ਸਮੇਂ 'ਚ ਕਿਸੇ ਕੋਲੋਂ ਆਪਣੇ ਬਜ਼ੁਰਗਾਂ ਦੇ ਸ਼ਾਨ ਦੇ ਵਿਰੁੱਧ ਕੋਈ ਸ਼ਬਦ ਬੋਲੇ ਗਏ, ਉਹਨਾਂ ਦੀ ਮਾਫੀ ਮੰਗ ਲਈ ਜਾਏ ਤੇ ਅੱਗੋਂ ਦੀ ਤੋਬਾ ਕੀਤੀ ਜਾਏ ਤੇ ਇਹ ਪ੍ਰਾਣੀ ਕਰ ਲਿਆ ਜਾਏ ਵੀ ਮੈਂ ਆਪਣੇ ਕਿਸੇ ਬਚਨ ਕਰਕੇ ਕਰਮ ਕਰਕੇ ਇਹਨਾਂ ਨੂੰ ਦੁੱਖ ਨਹੀਂ ਪਹੁੰਚਾਉਣਾ, ਇਹਨਾਂ ਨੂੰ ਠੰਡ ਪਹੁੰਚਾਣੀ। ਜਿੰਨੀ ਸੇਵਾ ਕੀਤੀ ਜਾਏ ਓਨੀ ਥੋੜੀ ਆ। ਥੈਂਕ ਯੂ ਜੀ। ਸੋ ਇਹ ਤਾਂ ਹੈ ਨਾ ਪ੍ਰੋਪਰ ਤਰੀਕੇ ਦੇ ਨਾਲ ਫਾਦਰਸ ਡੇ ਬਣਾਉਣਾ ਹੈ ਜੀ, ਕਿ ਉਹਨਾਂ ਨੂੰ ਯਾਦ ਕਰਨੀ ਤੇ ਜਿਹੜੀਆਂ ਗਲਤੀਆਂ ਉਹਨਾਂ ਦੀ ਮਾਫੀ ਮੰਗਣੀ ਤੇ ਉਹਨਾਂ ਤੋਂ ਸਬਕ ਸਿੱਖਣੇ ਭਵਿੱਖ ਨੂੰ ਉਜਲਾ ਕਰਨ ਦੇ ਲਈ। ਤੇ ਜੇ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਪੈ ਜਾਈਏ, ਗੁਰਮਤਿ ਜਿਵੇਂ ਸਾਨੂੰ ਸਿਖਾਉਂਦੀ ਹੈ ਨਾਲ ਇੰਨੇ ਸ਼ਬਦਾਂ ਦੇ ਰੂਪ ਦੇ ਵਿੱਚ ਵੀ ਕਿਵੇਂ ਬਜ਼ੁਰਗਾਂ ਦੀ ਕਰਨੀ ਹੈਗੀ ਆ, ਆਓ ਭਗਤ ਤੇ ਉਹਨਾਂ ਦਾ ਕਿਵੇਂ ਸਤਿਕਾਰ ਕਰਨਾ, ਤੇ ਜਿਹੜਾ ਸਾਡਾ ਜੀਵਨ ਆ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜੇ। ਨਹੀਂ ਤਾਂ ਫੇਰ ਐਵੇਂ ਨਾਲੇ ਉਹ ਦੁਖੀ, ਇੰਨੀਆਂ ਮਿਹਨਤ ਕੀਤੀਆਂ ਹੋਈਆਂ ਤੇ ਨਾਲੇ ਅਸੀਂ ਵੀ ਆਪਣੇ ਬੱਚਿਆਂ ਨੂੰ ਕੁਝ ਸਿਖਾ ਨਾ ਸਕੀ, ਕੱਲ ਨੂੰ ਫਿਰ ਉਹੀ ਜੋ ਆਪ ਕਰਨਾ ਉਹੀ ਭੁਗਤਣਾ ਪੈਣਾ। ਬਿਲਕੁਲ ਹਾਂਜੀ। ਚਲੋ ਗੁਰੂ ਮਹਾਰਾਜ ਸਾਨੂੰ ਸਮਤ ਬਖਸ਼ੇ ਸਾਰਿਆਂ ਨੂੰ, ਸਾਡੀ ਕੌਮ ਨੂੰ, ਸਾਡੇ ਆਲੇ ਦੁਆਲੇ ਦੇ ਵਿੱਚ, ਕਿ ਵੀ ਅਸੀਂ ਆਪਣੇ ਵੱਡਿਆਂ ਦਾ ਸਤਿਕਾਰ ਕਰਨ ਦਾ ਪਰਨ ਕਰੀਏ ਜਿਹੜੇ ਦਿਨ ਮਨਾ ਰਹੇ ਆ ਜਿਵੇਂ ਤੁਸੀਂ ਕਿਹਾ, ਤਾਂ ਕਿ ਅਸੀਂ ਸਾਰੇ ਚੰਗਾ ਜੀਵਨ ਬਤੀਤ ਕਰੀਏ, ਸਾਡਾ ਲੋਕ ਪਰਲੋਕ ਜਿਹੜਾ ਸੁਹੇਲਾ ਹੋ ਸਕੇ। Well, this is the end of our program today, and we want to thank you for all our audiences for attending it, and please don't forget to subscribe to the program and also support whichever way you can this program, so that we can continue to provide you with good quality programs. So ਫਤਿਹ ਪ੍ਰਵਾਨ ਕਰਨੀ, ਭੁੱਲ ਚੁੱਕ ਮਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ ਗਿਆਨੀ ਜੀ। ਥੈਂਕ ਯੂ ਜੀ ਆਪ ਜੀ ਦਾ ਵੀ ਬਹੁਤ।